ਬੁੱਝਹਿ ਤਾਹੇ। ਗੁਰੂ ਸਵਾਰੀ ਸੰਗਤ ਜੀਓ, ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਮੋਲਿਕ ਰਚਨਾ ਸ਼੍ਰੀ ਆਸਾ ਜੀ ਦੀ ਵਾਰ ਦੀ 13ਵੀਂ ਪੌੜੀ ਹੈ। 2 ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਇਸ ਪੌੜੀ ਸਮੇਤ ਮਨੁੱਖੀ ਸੁਭਾਅ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦੇ ਹਨ, ਤੇ ਜੋ ਇੱਕ ਨਿਰੰਤਰ ਸਮੇਂ ਨੂੰ ਵੰਡਣ ਦਾ ਇੱਕ ਢੰਗ ਹੈ। ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਯੁੱਗਾਂ ਦੇ ਰੂਪ ਦੇ ਵਿੱਚ ਤੇ ਉਹਨਾਂ ਵੱਖ-ਵੱਖ ਯੁੱਗਾਂ ਦੇ ਵਿੱਚ ਹੋਏ ਅਵਤਾਰੀ ਪੁਰਸ਼ ਤੇ ਨਾਲ-ਨਾਲ ਜਿਹੜੇ ਫਿਰ ਉਹਨਾਂ ਯੁੱਗਾਂ ਦੇ ਨਾਲ ਸੰਬੰਧਿਤ ਧਾਰਮਿਕ ਗ੍ਰੰਥ ਸਨ, ਵੇਦ ਉਚਾਰਨ ਕੀਤੇ ਗਏ ਮਨੁੱਖੀ ਸੁਭਾਅ ਦਾ ਜ਼ਿਕਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਇਆ ਹੈ ਜੀ। ਨਿਰੰਤਰ ਪਰਿਵਰਤਨਸ਼ੀਲ ਵਰਤਾਰਾ ਹੈ ਮਨੁੱਖ ਦਾ ਸੁਭਾਅ ਵੀ, ਤੇ ਸਮੁੱਚੀ ਕੁਦਰਤ ਦੇ ਵਿੱਚ ਵੀ ਲਗਾਤਾਰ ਬਦਲਾਅ ਹੈ ਜੀ। ਮਨੁੱਖ ਦਾ ਸੁਭਾਅ, ਇਸ ਨੂੰ ਵੀ ਵਾਤਾਵਰਨ ਜਿਹੜਾ ਹੈ ਉਹ ਬੜਾ ਹੀ ਪ੍ਰਭਾਵਿਤ ਕਰਦਾ ਹੈ। ਚਾਰ ਚਫੇਰਾ ਮਨੁੱਖ ਦਾ ਕਿਸ ਪ੍ਰਕਾਰ ਦਾ ਹੈ, ਕਿਸ ਪ੍ਰਕਾਰ ਦੀ ਉਹ ਸੰਗਤ ਦੇ ਵਿੱਚ ਬੈਠ ਰਿਹਾ ਹੈ, ਉਸ ਦੇ ਸੁਭਾਅ ਨੂੰ ਤੇ ਉਸ ਦੇ ਮਨ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਚੰਗਿਆਂ ਦੇ ਕੋਲ ਬੈਠਾ ਹੋਵੇ ਮਨੁੱਖ, ਧਰਮੀ ਮਨੁੱਖਾਂ ਦੇ ਕੋਲ ਬੈਠਾ ਹੋਵੇ ਮਨੁੱਖ, ਉੱਥੇ ਬੈਠ ਕਰ ਗੁਰੂ ਦੀ ਗੱਲ ਚੱਲਦੀ ਹੋਵੇ, ਧਰਮ ਦੀ ਗੱਲ ਚੱਲਦੀ ਹੋਵੇ, ਕੋਈ ਚੰਗੀ ਵਿਚਾਰਧਾਰਾ ਚੱਲਦੀ ਹੋਵੇ ਤੇ ਮਨ ਦੀਆਂ ਚੰਗੀਆਂ ਵਿਚਾਰਾਂ ਬਣ ਜਾਂਦੀਆਂ ਹਨ। ਪਰ ਜੇਕਰ ਮਨੁੱਖ ਬੈਠਾ ਹੈ ਅਲੱਗ ਮਨੁੱਖਾਂ ਦੇ ਕੋਲ, ਜਿੱਥੇ ਧਰਮ ਦੀ ਗੱਲ ਨਹੀਂ ਚੱਲ ਰਹੀ ਹੈ, ਵਿਚਾਰਾਂ ਅਲੱਗ ਦੁਨਿਆਵੀ ਚੱਲਦੀਆਂ ਹਨ ਜਾਂ ਰਾਜਨੀਤਿਕ ਚੱਲਦੀਆਂ ਹਨ, ਤੇ ਮਨੁੱਖ ਦੇ ਮਨ ਦੀਆਂ ਵਿਚਾਰਾਂ ਉਸੇ ਹੀ ਪ੍ਰਕਾਰ ਦੀਆਂ ਹੋ ਜਾਵਣਗੀਆਂ। ਧਰਮੀ ਮਨੁੱਖਾਂ ਦੇ ਕੋਲ ਬੈਠ ਕੇ ਮਨ ਦੇ ਵੇਵਜ਼, ਮਨ ਦੀਆਂ ਵਿਚਾਰਾਂ, ਮਨ ਦੀ ਭਾਵਨਾ ਧਰਮ ਦੇ ਨਾਲ ਸੰਬੰਧਿਤ ਹੋਵੇਗੀ। ਤੇ ਜੇਕਰ ਮਾੜੇ ਮਨੁੱਖਾਂ ਦੇ ਕੋਲ ਬੈਠਾ ਹੈ ਜੀਵ, ਤੇ ਉਵੇਂ ਦੀ ਹੀ ਵਿਚਾਰਧਾਰਾ ਤੇ ਸੁਭਾਅ ਬਣ ਜਾਵੇਗਾ। ਭਾਵੇਂ ਕੁਝ ਸਮੇਂ ਵਾਸਤੇ ਬਣੇ ਤੇ ਫਿਰ ਵਾਪਸ ਮਨੁੱਖ ਆਪਣੇ ਨਿੱਜੀ ਸੁਭਾਅ ਦੇ ਵਿੱਚ ਵਾਪਸ ਆ ਜਾਵੇ। ਅਨੇਕਾਂ ਵਾਰ ਹੁੰਦਾ ਕਿ ਅਸੀਂ ਕਿਤੋਂ ਲੈਕਚਰ ਸੁਣਦੇ ਹੋਈਏ, ਕੋਈ ਭਾਸ਼ਣ ਸੁਣਦੇ ਹੋਈਏ, ਤਾਂ ਉਹ ਭਾਸ਼ਣ ਦੇ ਜਜ਼ਬਾਤਾਂ ਦੇ ਵਿੱਚ ਅਸੀਂ ਵਹਿ ਜਾਂਦੇ ਹਾਂ। ਕੋਈ ਸਾਹਮਣੇ ਪਰਦੇ ਦੇ ਉੱਪਰ ਅਸੀਂ ਵਸਤੂ, ਕੋਈ ਚੀਜ਼ ਵੇਖਦੇ ਪਏ, ਉਸ ਭਾਵਨਾ ਦੇ ਵਿੱਚ ਅਸੀਂ ਵਹਿ ਜਾਵਾਂਗੇ ਜਿਹੜੀ ਸਾਨੂੰ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਦਿਖਾਈ ਦਿੰਦੀ ਹੈ। ਤੇ ਜਿਤਨਾ ਸਮਾਂ ਅਸੀਂ ਉਹ ਸੁਣਦੇ ਹਾਂ, ਵੇਖਦੇ ਹਾਂ, ਮਨ ਦੀ ਭਾਵਨਾ, ਮਨ ਦੀ ਵਿਚਾਰਧਾਰਾ ਉਸ ਪ੍ਰਕਾਰ ਦੀ, ਤੇ ਮੁੜ ਅਸੀਂ ਵਾਪਸ ਆਪਣੇ ਸੁਭਾਅ ਦੇ ਵਿੱਚ ਆ ਜਾਂਦੇ। ਤੇ ਇਹ ਜਿਹੜੇ ਯੁੱਗ ਜਿੱਥੇ ਸਮੇਂ ਨੂੰ ਵੰਡਦੇ ਹਨ ਵਿਦਵਾਨਾਂ ਦੇ ਅਨੁਸਾਰ, ਇਹ ਸਾਡੇ ਮਨ ਦੀ ਅਵਸਥਾ ਵੀ ਹੈ, ਮਨ ਦਾ ਸੁਭਾਅ ਵੀ ਹੈ। ਮਨੁੱਖ ਬੈਠਾ ਹੋਇਆ ਹੈ, ਟਿਕਾਊ ਦੇ ਵਿੱਚ ਹੈ, ਮਨੁੱਖ ਦਾ ਮਨ ਵੀ ਟਿਕਿਆ ਹੋਇਆ ਹੈ, ਕਿਤੇ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਭਟਕਣਾ ਨਹੀਂ ਹੈ। ਵਿਚਾਰਾਂ ਬੜੀਆਂ ਸ਼ੁਭ ਹਨ, ਭਲੇ ਦੀਆਂ ਵਿਚਾਰਾਂ ਹਨ, ਧਾਰਮਿਕ ਵਿਚਾਰਾਂ ਹਨ। ਜੁੜਿਆ ਹੋਇਆ ਹੈ ਮਨੁੱਖ ਮਾਲਕ ਦੇ ਸ਼ਬਦ ਦੇ ਨਾਲ, ਤੇ ਉਸ ਵੇਲੇ ਮਨੁੱਖ ਸਤਿਯੁਗ ਦੇ ਵਿੱਚ ਹੈ। ਪਰ ਮੁਆਫ ਕਰਨਾ, ਕਹਿਣ ਦੇਣਾ ਕਿ ਬੇਸ਼ੱਕ ਅਸੀਂ ਧਰਮ ਅਸਥਾਨ ਤੇ ਬੈਠੇ ਹੋਈਏ, ਪਰ ਜੇਕਰ ਸਾਡਾ ਮਨ ਟਿਕਾਊ ਦੇ ਵਿੱਚ ਨਹੀਂ, ਮਨ ਟਿਕਿਆ ਹੋਇਆ ਨਹੀਂ, ਮਨ ਭਟਕਦਾ ਪਿਆ, ਸਰੀਰ ਇੱਕ ਜਗ੍ਹਾ ਦੇ ਉੱਪਰ ਧਰਮ ਸਥਾਨ ਤੇ ਬੈਠਾ ਹੋਇਆ, ਤੇ ਮਨ ਵਿਕਾਰਾਂ ਦੇ ਵਿੱਚ ਤੁਰਿਆ ਫਿਰਦਾ, ਮਨ ਦੀਆਂ ਵਿਚਾਰਾਂ ਨਿਘਾਰਤਾ ਵਾਲੀਆਂ ਹਨ, ਤੇ ਫਿਰ ਉਹ ਮਨੁੱਖ ਧਰਮ ਸਥਾਨ ਤੇ ਨਹੀਂ, ਉਹ ਕਲਯੁਗ ਦੇ ਵਿੱਚ ਹੈ ਤਾਂ ਮਨ ਦੀਆਂ ਵਿਚਾਰਾਂ ਨਾ, ਭਟਕ ਗਿਆ ਮਨ ਗਿਰਾਵਟ ਦੇ ਵਿੱਚ ਆ ਗਿਆ, ਵਿਚਾਰਾਂ ਵੀ ਗਿਰਾਵਟ ਦੇ ਵਿੱਚ ਆ ਗਈਆਂ, ਤੇ ਫਿਰ ਸਤਿਯੁਗ ਦੇ ਵਿੱਚ ਨਹੀਂ ਹੋਵੇਗਾ ਮਨੁੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੀ ਵਿਚਾਰ ਨੂੰ, ਮਨ ਦੀ ਅਵਸਥਾ ਨੂੰ, ਸਮੇਂ ਨੂੰ ਜਿਵੇਂ ਵੰਡਿਆ ਗਿਆ ਹੈ, ਤੇ ਉਸ ਪ੍ਰਕਾਰ ਕਿਸ ਪ੍ਰਕਾਰ ਦਾ ਜੀਵ ਦਾ ਫਿਰ ਸੁਭਾਅ ਹੁੰਦਾ, ਜੀਵਨ ਹੁੰਦਾ, ਸਾਨੂੰ ਸਮਝਾ ਰਹੇ ਹਨ। ਤੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਸਮਝਾਇਆ ਕਿ ਜਿਹੜਾ ਅਸੀਂ ਕੋਈ
ਜੀਵਨ ਦਾ ਮਨੋਰਥ ਤੈਅ ਕਰਦੇ ਹਾਂ, ਲਕਸ਼ ਤੈਅ ਕਰਦੇ ਹਾਂ, ਉਸ ਦੀ ਪ੍ਰਾਪਤੀ ਵਾਸਤੇ ਸਾਡੇ ਯਤਨ ਹੁੰਦੇ ਹਨ। ਰਮਤਾ ਦੇ ਵਿੱਚ ਮਾਲਕ ਜੀ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਇਹ ਜਿਹੜਾ ਸਰੀਰ ਹੈ ਨਾ, ਇਹ ਸਮੁੱਚੀਆਂ ਜੋਨਾਂ ਦੇ ਵਿੱਚੋਂ ਸਿਰਮੌਰ ਹੈ। ਮਨੁੱਖਾ ਜਨਮ ਜਿਹੜਾ ਸਾਨੂੰ ਇਹ ਪ੍ਰਾਪਤ ਹੋਇਆ, ਜਿਵੇਂ ਮਾਲਾ ਦੇ ਮਣਕੇ ਹੁੰਦੇ ਹਨ ਤੇ ਉਹਨਾਂ ਦੇ ਵਿੱਚ ਇੱਕ ਮੇਰੂ ਮਣਕਾ ਹੁੰਦਾ ਹੈ, ਮੇਨ ਮਣਕਾ ਹੁੰਦਾ ਹੈ, ਜਿਸ ਦੇ ਵਿੱਚੋਂ ਧਾਗੇ 2 ਵਾਰ ਲੰਗੇ ਹੋਵਣਗੇ। ਬਾਕੀ ਸਾਰਿਆਂ ਦੇ ਵਿੱਚੋਂ ਇੱਕ ਧਾਗਾ, ਮੁਖੀ ਮਣਕੇ ਦੇ ਵਿੱਚੋਂ 2 ਧਾਗੇ ਲੰਘਦੇ ਹਨ, ਉਹ ਮੇਰੂ ਮਣਕਾ ਹੋਵੇਗਾ, ਸਿਰਮੌਰ ਮਣਕਾ ਹੈ। ਹਿੰਦੁਸਤਾਨ ਦੇ ਵਿੱਚ ਜਿਤਨੇ ਵੀ ਪਰਬਤ ਹਨ, ਵਿਦਵਾਨਾਂ ਦੇ ਅਨੁਸਾਰ ਇਹਨਾਂ ਸਾਰਿਆਂ ਚੋਂ ਜਿਹੜਾ ਸਿਰਮੌਰ ਪਰਬਤ ਹੈ ਨਾ, ਮੇਰੂ ਪਰਬਤ ਹੈ, ਉਸ ਨੂੰ ਸੁਮੇਰ ਕਿਹਾ ਜਾਂਦਾ ਹੈ। ਇਸੇ ਹੀ ਪ੍ਰਕਾਰ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਜੀਵ ਪੈਦਾ ਹੋਏ ਹਨ, ਇਹਨਾਂ ਸਾਰੇ ਜੀਵਾਂ ਦੇ ਵਿੱਚੋਂ ਜਿਹੜਾ ਉੱਤਮ ਜਨਮ ਹੈ, ਮੇਰੂ ਜਨਮ ਹੈ ਨਾ, ਉਹ ਮਨੁੱਖਾ ਹੈ। ਤੇ ਸਤਿਗੁਰੂ ਜੀ ਸਮਝਾ ਰਹੇ, ਨਾਨਕ ਮੇਰ ਸਰੀਰ ਕਾ, ਇਸ ਮੇਰੂ ਭਾਵ ਮਨੁੱਖੀ, ਮੁਖੀ ਜੋ ਮਨੁੱਖਾ ਜਨਮ ਹੈ ਨਾ, ਇਸ ਸਰੀਰ ਦਾ ਇੱਕ ਰਥ ਹੈ ਤੇ ਇੱਕ ਰਥਵਾਹੀ ਹੈ। ਭਾਵ ਇਸ ਨੂੰ ਚਲਾਇਆ ਜਾ ਰਿਹਾ। ਜਿਵੇਂ ਪੁਰਾਣੇ ਸਮੇਂ, ਅਜੋਕੇ ਸਮੇਂ ਦੇ ਵਿੱਚ ਵੀ ਹਰ ਸਮੇਂ ਦੇ ਵਿੱਚ ਅਸੀਂ ਕੋਈ ਮੰਜ਼ਿਲ ਤੈਅ ਕੀਤੀ ਹੋਵੇ ਤੇ ਉਸ ਮੰਜ਼ਿਲ ਤੱਕ ਪਹੁੰਚਣ ਵਾਸਤੇ ਅਸੀਂ ਕੋਈ ਨਾ ਕੋਈ ਸਵਾਰੀ ਦੀ ਵਰਤੋਂ ਕਰਦੇ ਹਾਂ। ਮੋਟਰ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਪ੍ਰਕਾਰ ਦੀ ਮੰਜ਼ਿਲ ਹੋਵੇ, ਉਸੇ ਹੀ ਪ੍ਰਕਾਰ ਦੇ ਜਿਹੜੇ ਸਾਧਨ ਹਨ, ਉਹ ਵਰਤੋਂ ਦੇ ਵਿੱਚ ਲਿਆਂਦੇ ਜਾਂਦੇ ਹਨ। ਤੇ ਸਤਿਗੁਰੂ ਜੀ ਸਮਝਾਉਂਦੇ ਹਨ, ਲਕਸ਼ ਤੈਅ ਹੋ ਗਿਆ, ਮਨੋਰਥ ਤੈਅ ਹੋ ਗਿਆ, ਨਿਸ਼ਾਨਾ ਤੈਅ ਕਰ ਲਿਆ ਗਿਆ ਕਿ ਅਸੀਂ ਉਸ ਮੰਜ਼ਿਲ ਤੇ ਜਾਣਾ, ਤੇ ਉਸੇ ਦੇ ਹੀ ਅਨੁਸਾਰ ਫਿਰ ਜਿਹੜੇ ਸਾਧਨ ਹਨ ਉਹਨਾਂ ਦੀ ਪ੍ਰਾਪਤੀ ਕੀਤੀ ਜਾਂਦੀ, ਫਿਰ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਸਰੀਰ ਇੱਕ ਰਥਵਾਹ ਹੋ ਗਿਆ, ਰਥਵਾਹੀ ਹੋ ਗਿਆ, ਇੱਕ ਰਥ ਦੀ ਨਿਆਈ, ਤੇ ਇਸ ਨੂੰ ਇੱਕ ਚਲਾਉਣ ਵਾਲਾ ਵੀ ਹੈ, ਇਸ ਦੀ ਇੱਕ ਅਗਵਾਈ ਵੀ ਕਰਨ ਵਾਲਾ ਹੈ। ਤੇ ਜੁਗ ਜੁਗ ਫੇਰ ਵਟਾਈ ਹੈ। ਹਰੇਕ ਯੁੱਗ ਦੇ ਵਿੱਚ, ਹਰੇਕ ਸਮੇਂ ਦੇ ਵਿੱਚ ਇਹ ਨਿਰੰਤਰ ਬਦਲਦਾ ਆਉਂਦਾ ਹੈ ਸੁਭਾਅ ਵੀ। ਕਦੇ ਕਿਵੇਂ ਦਾ ਸੁਭਾਅ ਹੋ ਗਿਆ, ਜਿਵੇਂ ਆਰੰਭ ਦੇ ਵਿੱਚ ਵੀ ਬੇਨਤੀ ਕੀਤੀ ਕਿ ਸੁਭਾਅ ਵਾਤਾਵਰਨ ਦੇ ਅਨੁਸਾਰ, ਸੰਗੀ ਸਾਥੀਆਂ ਦੇ ਅਨੁਸਾਰ, ਪ੍ਰਾਪਤ ਹੋ ਰਹੀ ਵਿਚਾਰ ਦੇ ਅਨੁਸਾਰ ਬਦਲਾਅ ਦੇ ਵਿੱਚ ਰਹਿੰਦਾ ਹੈ। ਹਰੇਕ ਜਨਮ ਦੇ ਵਿੱਚ ਵੱਖ-ਵੱਖ ਸੁਭਾਅ, ਵੱਖ-ਵੱਖ ਸਰੀਰ ਪ੍ਰਾਪਤ ਹੋਇਆ ਸੀ। ਯੁੱਗ ਬਦਲਦੇ ਗਏ, ਸਰੀਰ ਬਦਲਦੇ ਗਏ, ਸਾਧਨ ਨਿਰੰਤਰ ਬਦਲਦੇ ਜਾਂਦੇ ਹਨ। ਪਹਿਲਾਂ ਰਾਜਿਆਂ ਨੇ ਜਦੋਂ ਲੰਬਾ ਸਫ਼ਰ ਤੈਅ ਕਰਨਾ ਹੁੰਦਾ ਸੀ, ਰਥਾਂ ਦੇ ਉੱਪਰ ਸਵਾਰ ਹੋ ਜਾਂਦੇ ਸਨ ਤੇ ਘੋੜੇ ਉਹਨਾਂ ਦੇ ਅੱਗੇ ਜੋ ਦਿੱਤੇ ਜਾਂਦੇ ਸੀ। ਜਦੋਂ ਲੰਬਾ ਸਫ਼ਰ ਤੈਅ ਕੀਤਾ ਜਾਂਦਾ ਸੀ, ਘੋੜੇ ਥੱਕ ਜਾਂਦੇ ਸਨ, ਉਹਨਾਂ ਨੂੰ ਪਰੇ ਕਰਕੇ ਹੋਰ ਨਵੇਂ ਜਿਹੜੇ ਘੋੜੇ ਸੀ ਉਹਨਾਂ ਨੂੰ ਜੋ ਦਿੱਤਾ ਜਾਂਦਾ ਸੀ ਤੇ ਉਹ ਅਗਵਾਈ ਕਰਦੇ ਸੀ ਰਥ ਦੀ। ਇਸੇ ਹੀ ਪ੍ਰਕਾਰ ਮਨੁੱਖੀ ਸਰੀਰ ਤੇ ਮਨੁੱਖੀ ਸਰੀਰ ਦੀ ਅਗਵਾਈ ਕਰਨ ਵਾਲੇ ਜਿਹੜੇ ਸਾਧਨ ਵੀ ਅਲੱਗ। ਪਰ ਸਤਿਗੁਰੂ ਜੀ ਆਖਦੇ ਹਨ ਕਿ ਗਿਆਨੀ ਬੁੱਝੈ ਤਾਹੇ, ਪਰ ਕੋਈ ਗਿਆਨਵਾਨ ਮਨੁੱਖ ਜਿਸ ਨੂੰ ਗੁਰੂ ਦੇ ਦਰ ਤੋਂ, ਗੁਰੂ ਦੀ ਕਿਰਪਾ ਸਦਕਾ ਗਿਆਨ ਦੀ ਪ੍ਰਾਪਤੀ ਹੋਈ ਹੈ ਨਾ, ਉਹ ਹੀ ਇਸ ਗੱਲ ਨੂੰ ਬੁੱਝ ਸਕਦਾ ਕਿ ਵਾਕਿਆ ਇਹ ਇੱਕ ਸਾਡੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ ਤੇ ਉਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਫਿਰ ਸਾਧਨ ਹੁੰਦੇ ਹਨ। ਨਿਸ਼ਾਨੇ ਵੀ ਬਦਲਦੇ ਰਹਿੰਦੇ ਹਨ ਤੇ ਸਾਧਨ ਵੀ ਬਦਲਦੇ। ਯੁੱਗਾਂ ਦੇ ਵਿੱਚ ਫਿਰ ਇਸ ਦਾ ਬੜਾ ਫਰਕ ਪਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਜੀਵਨ ਮਨੋਰਥ ਤੇ ਜਿਹੜੇ ਸਮੇਂ ਦੇ ਵੱਖ-ਵੱਖ ਯੁੱਗ ਹਨ, ਉਹਨਾਂ ਦੇ ਸੰਬੰਧ ਦੇ ਵਿੱਚ ਸਾਨੂੰ ਸਮਝਾਇਆ ਹੈ। ਆਮ ਅਸੀਂ ਜਦੋਂ ਗਿਣਤੀ ਕਰਦੇ ਹਾਂ, ਸਤਿਯੁਗ, ਤ੍ਰੇਤਾ, ਦੁਆਪਰ ਤੇ ਫਿਰ ਕਲਯੁਗ ਕਰਾਂਗੇ। ਹੁਣ ਇੱਕ ਤੋਂ ਬਾਅਦ ਦੂਜਾ ਨੰਬਰ ਆਉਣਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ ਨੰਬਰ। ਬੇਸ਼ੱਕ ਆਰੰਭਤਾ ਸਤਿਯੁਗ ਤੋਂ, ਪਰ ਗਿਣਤੀ ਕਲਯੁਗ ਤੋਂ ਹੋਵੇਗੀ। ਕਲਯੁਗ ਪਹਿਲਾ ਹੈ, ਫਿਰ ਦੁਆਪਰ, ਫਿਰ ਤ੍ਰੇਤਾ ਤੇ ਫਿਰ ਸਤਿਯੁਗ, ਜਿੱਥੋਂ ਇਹ ਕਾਰਜ ਆਰੰਭ ਹੋ ਰਹੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹ। ਜਿਵੇਂ ਦੇ ਬਹੁਤ ਸਾਰੇ ਮਨੁੱਖਾਂ ਦਾ ਸੁਭਾਅ ਹੁੰਦਾ ਨਾ, ਵਾਤਾਵਰਨ ਉਸੇ ਹੀ ਪ੍ਰਕਾਰ ਦਾ ਹੋਵੇਗਾ। ਜਿਵੇਂ ਪਹਿਲਾਂ ਬੇਨਤੀ ਕੀਤੀ ਹੈ,
ਜਦੋਂ ਮਨੋਰਥ ਮਨੁੱਖੀ ਸੁਭਾਅ ਦਾ, ਸਮੁੱਚੀ ਮਨੁੱਖਤਾ ਦਾ ਧਰਮ ਦੀ ਪ੍ਰਾਪਤੀ ਹੋ ਗਈ, ਤਾਂ ਇਸ ਵਾਸਤੇ ਜਿਹੜੇ ਸਾਧਨ ਹੋਵਣਗੇ ਫਿਰ ਉਹਨਾਂ ਦੇ ਵਿੱਚ ਸਿਰਮੌਰ ਸਾਧਨ ਸੰਤੋਖ ਹੋਵੇਗਾ। ਸੰਤੁਸ਼ਟੀ, ਮਨੁੱਖ ਜਿਹੜਾ ਧਰਮੀ ਹੋਵੇਗਾ ਉਹ ਸੰਤੋਖੀ ਹੋਵੇਗਾ, ਤੇ ਜਿਹੜਾ ਸੰਤੋਖੀ ਮਨੁੱਖ ਹੈ ਉਹ ਹੀ ਧਰਮੀ ਹੋਵੇਗਾ। ਲਾਲਚੀ ਮਨੁੱਖ ਧਰਮੀ ਨਹੀਂ ਹੋ ਸਕਦਾ। ਜਿਹੜਾ ਵੰਡ ਕੇ ਛਕਣ ਦੇ ਸਿਧਾਂਤ ਨੂੰ ਮੰਨ ਕੇ ਬੈਠਾ ਹੈ ਉਹ ਧਰਮੀ ਹੋਵੇਗਾ। ਜਿਹੜਾ ਲੋਭੀ ਹੋਵੇਗਾ, ਹੰਕਾਰੀ ਹੋਵੇਗਾ, ਕਾਮੀ ਹੋਵੇਗਾ, ਕ੍ਰੋਧੀ ਹੋਵੇਗਾ, ਉਹ ਧਰਮੀ ਨਹੀਂ ਹੋ ਸਕਦਾ। ਤੇ ਜਿਸ ਦੇ ਜੀਵਨ ਦੇ ਹਰੇਕ ਪੱਖ ਦੇ ਵਿੱਚ ਸੰਤੋਖ ਵਸਿਆ ਹੋਇਆ, ਸੰਤੁਸ਼ਟੀ ਵਸੀ ਹੋਈ ਹੈ, ਸੈਟੀਸਫੈਕਸ਼ਨ ਵਸੀ ਹੋਈ ਹੈ, ਉਹ ਹੀ ਮਨੁੱਖ ਧਰਮੀ ਹੋਵੇਗਾ। ਤਾਂ ਧਰਮ ਲਕਸ਼ ਇੱਕ ਵਾਰ ਹੋਇਆ ਜੀਵਨ ਦੇ ਵਿੱਚ, ਤੇ ਜਦੋਂ ਨਿਸ਼ਾਨਾ ਧਰਮ ਹੋ ਗਿਆ, ਧਰਮ ਦੀ ਪ੍ਰਾਪਤੀ ਕਰਨੀ, ਤਾਂ ਇਸ ਦੀ ਪ੍ਰਾਪਤੀ ਵਾਸਤੇ ਜਿਹੜੇ ਸਾਧਨ ਸੀ ਨਾ, ਉਹ ਫਿਰ ਸੰਤੋਖ ਦੇ ਰੂਪ ਦੇ ਵਿੱਚ ਹੋ ਗਏ। ਮੰਜ਼ਲ ਤੈਅ ਕਰਨੀ, ਸੰਤੋਖ ਦਾ ਰਥ ਪ੍ਰਾਪਤ ਹੋ ਗਿਆ, ਤੇ ਜਿਹੜੀ ਅਗਵਾਈ ਹੈ ਉਹ ਧਰਮ ਨੇ ਕੀਤੀ ਹੈ। ਜਿਹੜੇ ਅਗਾਂਹ ਘੋੜਿਆਂ ਦੀ ਨਿਆਈ ਭਰਾਵ ਜਿਹੜੇ ਇਸ ਰਥ ਨੂੰ ਖਿੱਚਦੇ ਪਏ ਹਨ, ਉਹ ਫਿਰ ਧਰਮ ਹੋ ਗਿਆ ਜੀ। ਨਿਸ਼ਾਨਾ ਹੈ, ਪ੍ਰਾਪਤੀ ਹੈ ਧਰਮ, ਜਿਹੜਾ ਅਗਵਾਈ ਧਰਮ ਕਰਦਾ ਪਿਆ, ਤੇ ਜਿਸ ਦੇ ਜੀਵਨ ਦੀ ਅਗਵਾਈ ਧਰਮ ਕਰਦਾ ਨਾ ਜੀ, ਉਸ ਦੇ ਜੀਵਨ ਦੇ ਵਿੱਚ ਗੁਣ ਹੋਵਣਗੇ। ਮਾਲਕ ਜੀ ਸਮਝਾ ਰਹੇ, ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹ। ਸਰੀਰ ਜਿਹੜਾ ਹੈ ਉਹ ਫਿਰ ਰਥ ਦੀ ਨਿਆਈ ਸੰਤੋਖ ਹੈ, ਕਿਉਂਕਿ ਉਸ ਦੀ ਸਵਾਰੀ ਪ੍ਰਾਪਤ ਹੋਈ। ਸੰਤੋਖ ਸਾਧਨ ਹੋ ਗਿਆ ਆਵਾਜਾਈ ਦਾ, ਤੇ ਪ੍ਰਾਪਤੀ ਜਿਹੜੀ ਹੈ ਨਾ ਉਹ ਧਰਮ ਦੀ ਹੈ, ਤੇ ਜਿਹੜੇ ਸਾਧਨ ਹਨ, ਜਿਹੜਾ ਨਿਸ਼ਾਨਾ ਹੈ ਉਹ ਵੀ ਧਰਮ ਹੈ। ਇਹ ਵੀ ਇੱਕ ਜੀਵਨ ਸੀ ਜਿਸ ਜਗ੍ਹਾ ਦੇ ਉੱਪਰ ਮਨੁੱਖ ਸੰਤੋਖੀ ਹੁੰਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਬੇਸ਼ੱਕ ਬਜ਼ੁਰਗਾਂ ਨੂੰ ਅਸੀਂ ਵੇਖੀਏ, ਪੁੱਛੀਏ ਨਾ, ਥੋੜਾ ਜਿਹਾ ਬੋਲ ਹੁੰਦਾ ਸੀ ਅਨਾਜ ਦਾ, ਦਾਣਿਆਂ ਦਾ। ਕੋਈ ਵੀ ਉਹਨਾਂ ਦੇ ਕੋਲ ਮੰਗਤਾ ਆ ਜਾਣਾ, ਲੋੜਵੰਦ ਆ ਜਾਣਾ, ਤੇ ਉਸ ਨੂੰ ਕਦੇ ਨਾ ਨਹੀਂ ਕੀਤੀ ਜਾਂਦੀ ਸੀ। ਪੁੱਛਿਆ ਜਾਣਾ ਕਿੰਨਾ ਕੁ ਅਨਾਜ ਪ੍ਰਾਪਤ ਹੋਇਆ, ਤੇ ਆਖਣਾ ਬੜੀ ਮਾਲਕ ਦੀ ਕਿਰਪਾ ਹੈ। ਉਸ ਵੇਲੇ ਜਦੋਂ ਅਨਾਜ ਤੋਲਿਆ ਜਾਂਦਾ ਸੀ ਨਾ ਤੱਕੜੀ ਦੇ ਵਿੱਚ ਪਾ ਕਰ, ਤੇ ਸ਼ਬਦ ਬੜੇ ਸੁਚੱਜੇ ਹੁੰਦੇ ਸੀ। ਇੱਕ ਨਹੀਂ ਸੀ ਕਿਹਾ ਜਾਂਦਾ, ਬਰਕਤ ਸਾਹਿਬ ਦੀ ਕਿਹਾ ਜਾਂਦਾ ਸੀ। ਫਿਰ ਦੂਆ ਤੇ ਤੀਏ ਨੂੰ ਜਗ੍ਹਾ ਦੇ ਉੱਪਰ ਵਾਧੇ ਕਿਹਾ ਜਾਂਦਾ ਸੀ, ਕਿਉਂਕਿ ਸ਼ਬਦ ਚੜ੍ਹਦੀ ਕਲਾ ਵਾਲੇ ਸਨ। ਜਿਵੇਂ ਗੁਰਸਿੱਖੀ ਦੇ ਵਿੱਚ ਨਿਹੰਗ ਸਿੰਘਾਂ ਦੇ ਬੋਲ ਬਾਲੇ ਹਨ, ਸ਼ਬਦ ਹਨ ਚੜ੍ਹਦੀ ਕਲਾ ਵਾਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤੇ ਹਨ, ਅਸੀਂ ਥੋੜਾ ਪਦਾਰਥ ਲੈਣਾ ਹੋਵੇ ਨਾ, ਲੰਗਰ ਦੇ ਵਿੱਚ ਬੈਠੇ ਹੋਈਏ, ਛਕਦੇ ਹੋਈਏ, ਕੜਾਹ ਪ੍ਰਸ਼ਾਦ ਪ੍ਰਾਪਤ ਕਰਨਾ ਹੋਵੇ, ਤੇ ਅਸੀਂ ਸ਼ਬਦ ਵਰਤਦੇ ਹਾਂ ਜੀ, ਸਵਾਇਆ ਦਿਓ। ਸਵਾਏ ਤੋਂ ਭਾਵ ਤਾਂ ਵਧੇਰੇ ਹੈ, ਜੋ ਸਵਾ ਹੈ, ਇੱਕ ਤੋਂ ਵੱਧ ਹੈ ਨਾ, ਸਵਾ ਰੁਪਇਆ ਕਹਿ ਲਈਏ ਜਾਂ ਸਵਾ ਕੋਈ ਚੀਜ਼, ਸਵਾਈ ਚੀਜ਼ ਭਾਵ ਵਧੇਰੇ, ਪਰ ਭਾਵ ਅਰਥ ਅਸੀਂ ਥੋੜੇ ਚ ਲੈ ਰਹੇ ਹਾਂ। ਸ਼ਬਦ ਚੜ੍ਹਦੀ ਕਲਾ ਵਾਲੇ ਹਨ। ਕਿਸੇ ਵੀ ਹਾਲਤ ਦੇ ਵਿੱਚ ਹੋਵੇ, ਖਾਲਸੇ ਨੂੰ ਪੁੱਛਿਆ ਜਾਵੇ ਤਾਂ ਖਾਲਸਾ ਆਖਦਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਜੀਵਨ ਹੈ, ਕਿਉਂਕਿ ਬੋਲੇ ਸੁਚੱਜੇ ਮਾਲਕ ਜੀ ਨੇ ਸਾਨੂੰ ਬਖਸ਼ਿਸ਼ ਕੀਤੇ। ਤਾਂ ਉਹਨਾਂ ਸ਼ਬਦਾਂ ਦੇ ਵਿੱਚ ਜਿਹੜੇ ਬਜ਼ੁਰਗਾਂ ਦੇ ਸ਼ਬਦ ਹੁੰਦੇ ਸਨ, ਉਹਨਾਂ ਦੇ ਵਿੱਚ ਕਦੇ ਵੀ ਨਿਰਾਸ਼ਤਾ ਨਹੀਂ ਸੀ ਹੁੰਦੀ। ਸੁਚੱਜੇ ਬੋਲ ਸੀ, ਚੜ੍ਹਦੀ ਕਲਾ ਵਾਲੇ ਬੋਲ, ਤੇ ਉਹਨਾਂ ਸ਼ਬਦਾਂ ਦੇ ਵਿੱਚ ਸੰਤੁਸ਼ਟੀ ਹੁੰਦੀ ਸੀ। ਅੱਜ ਬੇਸ਼ੱਕ ਅਨਾਜ ਅਸੀਂ ਪੈਲੀ ਦੇ ਵਿੱਚੋਂ ਪਰ ਏਕੜ ਦੇ ਵਿੱਚੋਂ ਬੜਾ ਜ਼ਿਆਦਾ ਪ੍ਰਾਪਤ ਕਰਦੇ ਹਾਂ, ਪਰ ਕਿਸੇ ਨੂੰ ਵੀ ਪੁੱਛ ਕੇ ਵੇਖਿਓ, ਹਰੇਕ ਆਖੇਗਾ ਬਚਿਆ ਹੀ ਕੁਝ ਨਹੀਂ, ਕਿਉਂਕਿ ਸ਼ਬਦ ਸਾਡੇ ਨਿਰਾਸ਼ਤਾ ਵਾਲੇ ਹਨ। ਸੰਤੋਖ, ਸੰਤੁਸ਼ਟੀ, ਸੈਟੀਸਫੈਕਸ਼ਨ ਸਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਗਈ। ਸਹਿਸ ਖਟੇ ਲਹ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇ। ਹਜ਼ਾਰਾਂ ਰੁਪਏ ਕਮਾਉਂਦਾ, ਤੇ ਹੁਣ ਵਿਚਾਰ ਹੈ ਕਿ ਲੱਖਾਂ ਦੀ ਪ੍ਰਾਪਤੀ ਹੋ ਜਾਵੇ, ਪਰ ਕੀ ਉੱਥੇ ਜਾ ਕਰ ਟਿਕਾਓ ਪ੍ਰਾਪਤ ਹੋਵੇਗਾ? ਇੱਥੇ ਵੀ ਜਾ ਕਰ ਫਿਰ ਟਿਕਾਓ ਨਹੀਂ ਪ੍ਰਾਪਤ ਹੋਵੇਗਾ। ਫਿਰ ਪ੍ਰਾਪਤੀ ਕਰੋੜਾਂ ਵਾਲੇ ਪਾਸੇ, ਕਰੋੜਾਂ ਤੋਂ ਅਰਬਾਂ ਖਰਬਾਂ ਵਾਲੇ ਪਾਸੇ ਕਦੇ ਉਹ ਮੁੱਕਣ ਤੇ ਕਾਰਜ ਆਵੇਗਾ ਹੀ ਨਹੀਂ। ਤੇ ਇੱਕ ਸੰਤੋਖੀ ਮਨੁੱਖ ਉਹ ਜੋ ਮਾਲਕ ਬਖਸ਼ਿਸ਼ ਕਰਦਾ ਉਸ ਦੇ ਭਾਣੇ ਦੇ ਵਿੱਚ ਸੰਤੁਸ਼ਟ ਹੈ। ਬੜਾ ਕੁਝ ਪ੍ਰਾਪਤ ਹੋ ਰਿਹਾ ਹੈ। ਪੁਰਾਣੇ ਸਮੇਂ ਦੇ ਵਿੱਚ ਅਨਾਜ ਬੇਸ਼ੱਕ ਘੱਟ ਪ੍ਰਾਪਤ ਹੁੰਦਾ ਸੀ ਨਾ,
ਪਰ ਫਿਰ ਵੀ ਬਜ਼ੁਰਗ ਮਾਤਾਵਾਂ ਭੈਣਾਂ ਜਿਹੜੀਆਂ ਘਰਾਂ ਦੇ ਵਿੱਚ ਹੁੰਦੀਆਂ ਸੀ ਨਾ, ਉਹ ਪ੍ਰਸ਼ਾਦੇ ਵਧੇਰੇ ਪਕਾ ਕੇ ਰੱਖਦੀਆਂ ਸੀ। ਜਿਹੜੀ ਚੰਗੇਰ ਹੁੰਦੀ ਸੀ, ਛਿਕੂ ਆਦਿਕ ਹੁੰਦਾ ਸੀ, ਉਸ ਦੇ ਵਿੱਚੋਂ ਕਦੇ ਪ੍ਰਸ਼ਾਦੇ ਮੁੱਕਦੇ ਨਹੀਂ ਸਨ, ਵਧੇਰੇ ਹੁੰਦੇ ਸੀ। ਘਰ ਦੇ ਵਿੱਚ ਕੋਈ ਲੋੜਵੰਦ ਆ ਜਾਣਾ, ਆਖਣਾ ਕੋਈ ਵਸਦੇ ਘਰ ਦੇ ਵਿੱਚ ਆਇਆ, ਖਾਲੀ ਥੋੜਾ ਮੋੜਨਾ ਹੈ, ਪ੍ਰਸ਼ਾਦੇ ਵੱਧ ਪਕਾ ਕੇ ਰੱਖੇ ਜਾਵਣ ਜੀ। ਫਿਰ ਕੋਈ ਆ ਗਿਆ ਜੀ ਗ੍ਰਾਹੀ ਕਰਨ ਵਾਸਤੇ, ਗੁਰੂ ਘਰ ਦੇ ਵਿੱਚੋਂ ਕੋਈ ਸਾਈਂ ਫਕੀਰ ਆ ਗਿਆ, ਉਸ ਨੂੰ ਵੀ ਪ੍ਰਸ਼ਾਦੇ ਦੇ ਦੇਣੇ। ਭਾਈ ਇਹ ਗੁਰੂ ਘਰ ਵਾਸਤੇ ਪਹਿਲਾਂ ਪਕਾ ਕੇ ਰੱਖਿਓ, ਵੱਖਰੇ ਰੱਖੇ ਜਾਣੇ ਜੀ। ਜਦੋਂ ਵੀ ਲੋੜ ਤੁਰੰਤ ਪ੍ਰਸ਼ਾਦੇ ਚੰਗੇਰ ਦੇ ਵਿੱਚੋਂ, ਛਿਕੂ ਦੇ ਵਿੱਚੋਂ ਮਿਲਦੇ ਸੀ। ਅੱਜ ਕਿਉਂਕਿ ਅਨਾਜ ਤਾਂ ਸਾਡੇ ਕੋਲ ਬੜਾ ਆ ਗਿਆ, ਪਰ ਵਿਚਾਰਾਂ ਸਾਡੀਆਂ ਸੌੜੀਆਂ ਹੋ ਗਈਆਂ। ਅੱਜ ਅਸੀਂ ਗਿਣ ਕੇ ਹੀ ਪ੍ਰਸ਼ਾਦੇ ਪਕਾਉਂਦੇ ਹਾਂ। ਪਹਿਲਾਂ ਪੁੱਛ ਲਿਆ ਜਾਂਦਾ ਹੈ ਕਿ ਭਾਈ ਕਿੰਨੇ ਕੋ ਪ੍ਰਸ਼ਾਦੇ ਛਕਣੇ ਹਨ, ਨਾ ਵਧੇਰੇ ਨਾ ਵੱਧ ਤੇ ਨਾ ਘੱਟ, ਓਨਾ ਆਟਾ ਗੁੰਨਿਆ ਜਾਣਾ। ਤੇ ਫਿਰ ਜੇ ਵੱਧ ਵੀ ਗਿਆ ਨਾ ਆਟਾ, ਤੇ ਇਹ ਨਹੀਂ ਕਿ ਪ੍ਰਸ਼ਾਦੇ ਪੱਕਣ, ਉਹ ਫਰਿੱਜ ਦੇ ਵਿੱਚ ਰੱਖ ਦਿੱਤਾ ਜਾਵੇਗਾ। ਤੇ ਪੁੱਛ ਕੇ ਵੇਖਿਓ ਕਿਸੇ ਵੀ ਆਯੁਰਵੈਦਿਕ ਵਾਲਿਆਂ ਨੂੰ, ਸਿਆਣਿਆਂ ਨੂੰ, ਜਿਹੜਾ 45 ਮਿੰਟ ਤੋਂ ਵਧੇਰੇ ਗੁੱਝਿਆ ਹੋਇਆ ਆਟਾ ਹੈ ਨਾ, ਉਹ ਖਾਣ ਦੇ ਯੋਗ ਨਹੀਂ ਰਹਿੰਦਾ। ਅਸੀਂ ਤਾਂ ਫਰਿੱਜ ਦੇ ਵਿੱਚ ਕਈ ਦਿਨ ਰੱਖਦੇ ਹਾਂ। ਉਸੇ ਹੀ ਪ੍ਰਕਾਰ ਦੀ ਸਾਡੀ ਸੋਚ ਜਮਾਓ ਵਾਲੀ, ਤੇ ਅਸੀਂ ਪਦਾਰਥਾਂ ਨੂੰ ਵੀ ਜਮਾ ਕੇ ਹੀ ਰੱਖਦੇ ਪਏ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਜਦੋਂ ਮਨੋਰਥ ਧਰਮ ਸੀ ਨਾ, ਨਿਸ਼ਾਨਾ ਧਰਮ ਸੀ, ਮਨੁੱਖ ਦੇ ਕੰਮ ਕਾਜ ਦੇ ਵਿੱਚ, ਮਨੁੱਖ ਦੇ ਸ਼ਬਦਾਂ ਦੇ ਵਿੱਚ, ਮਨੁੱਖ ਦੀਆਂ ਅੱਖਾਂ ਦੇ ਵਿੱਚ, ਮਨੁੱਖ ਦੀ ਰਸਨਾ ਦੇ ਵਿੱਚ, ਕੰਨਾਂ ਦੇ ਵਿੱਚ ਧਰਮ ਸੀ, ਮਰਜ਼ਾਦਾ ਸੀ ਇੱਕ, ਤਾਂ ਉਸ ਵੇਲੇ ਮਨੁੱਖ ਦਾ ਹਰੇਕ ਕਾਰਜ ਜਿਹੜਾ ਸੀ ਉਹ ਸੰਤੋਖ ਵਾਲਾ ਸੀ। ਉਹ ਵੇਖਦਾ ਵੀ ਸੀ ਸਾਰਿਆਂ ਨੂੰ ਪਰਮਾਤਮਾ ਦੇ ਰੂਪ ਦੇ ਵਿੱਚ। ਕਦੇ ਵੀ ਕਿਸੇ ਨੂੰ ਵੇਖ ਕੇ ਮਨ ਦੇ ਵਿੱਚ ਬੁਰਾ ਖਿਆਲ ਨਹੀਂ ਸੀ ਆਉਂਦਾ, ਮਾੜੀ ਭਾਵਨਾ ਨਹੀਂ ਸੀ ਆਉਂਦੀ ਸੀ। ਭਾਵੇਂ ਉਹ ਪਰਾਇਆ ਰੂਪ ਹੋਵੇ, ਭਾਵੇਂ ਉਹ ਪਰਾਇਆ ਧਨ ਹੋਵੇ, ਕਿਸੇ ਵੀ ਰੂਪ ਦੇ ਵਿੱਚ ਕੋਈ ਮਨੁੱਖ ਮਾੜਾ ਨਹੀਂ ਸੀ ਵੇਖਦਾ। ਸਾਰੇ ਆਪਸ ਦੇ ਵਿੱਚ ਇੱਕ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਸੀ, ਕਿਉਂਕਿ ਨਿਸ਼ਾਨਾ ਸੀ ਧਰਮ ਤੇ ਪ੍ਰਾਪਤੀ ਦੇ ਸਾਧਨ ਜਿਹੜੇ ਸਨ, ਜਿਹੜੇ ਸਹਾਇਤਾ ਕਰਦੇ ਸੀ, ਉਹ ਫਿਰ ਸੰਤੋਖ ਦੇ ਰੂਪ ਦੇ ਵਿੱਚ, ਸੰਤੁਸ਼ਟੀ ਦੇ ਰੂਪ ਦੇ ਵਿੱਚ, ਤੇ ਮਨੁੱਖ ਉਸ ਸਮੇਂ ਸੰਤੋਖੀ ਹੁੰਦਾ ਸੀ। ਫਿਰ ਜੀਵਨ ਦੇ ਵਿੱਚ ਬਦਲਾਅ ਆਇਆ ਜੀ, ਜੀਵਨ ਅਲੱਗ ਰੂਪ ਦੇ ਵਿੱਚ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਫਰਕ ਪੈ ਗਿਆ, ਯੁੱਗ ਬਦਲ ਗਿਆ। ਹੁਣ ਜਿਹੜਾ ਨਿਸ਼ਾਨਾ ਹੈ ਨਾ, ਉਹ ਤਾਕਤ ਦੀ ਪ੍ਰਾਪਤੀ ਹੈ ਜੀ, ਕਿ ਮੇਰੇ ਕੋਲ ਬਹੁਤ ਜ਼ਿਆਦਾ ਜ਼ੋਰ ਹੋਵੇ, ਭਾਵ ਤਾਕਤ ਹੋਵੇ, ਮੇਰੇ ਕੋਲ ਹਰ ਪ੍ਰਕਾਰ ਦੀ ਰਾਜ ਸੱਤਾ ਹੋਵੇ, ਸਾਧਨ ਆਦਿਕ ਹੋਵਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਫਿਰ ਇਸ ਵਾਸਤੇ ਜਿਹੜਾ ਜੱਤ ਸੀ ਨਾ, ਉਹ ਰੱਥ ਹੋ ਗਿਆ। ਤੇ ਜ਼ੋਰ, ਜਦੋਂ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਸੂਰਮਤਾਈ ਸੀ, ਭਾ ਮੈਨੂੰ ਸਾਰਾ ਕੁਝ ਪ੍ਰਾਪਤ ਹੋਵੇ, ਮੈਂ ਰਾਜਾ ਹੋਵਾਂ, ਮੈਂ ਮੁਖੀ ਹੋਵਾਂ, ਹਰੇਕ ਪਦਾਰਥ ਦੀ ਪ੍ਰਾਪਤੀ ਕਰ ਸਕਦਾ ਹੋਵਾਂ, ਮੇਰੇ ਵਿੱਚ ਤਾਕਤ ਹੋਵੇ। ਤੇ ਸੂਰਮਤਾ ਦੇ ਪਿਆਰੇ ਮਨੁੱਖਾਂ ਦੇ ਅੰਦਰ ਜਤੀ ਰਹਿਣ ਦਾ ਜਿਹੜਾ ਵਲਵਲਾ ਸੀ ਨਾ, ਉਹ ਸਭ ਤੋਂ ਵਧੇਰੇ ਵਧੇਕ ਹੁੰਦਾ ਸੀ। ਯੁੱਗ ਬਦਲ ਗਿਆ, ਸੁਭਾਅ ਬਦਲ ਗਿਆ। ਪਹਿਲਾ ਨਿਸ਼ਾਨਾ ਸੀ ਧਰਮ, ਉਦੋਂ ਸਾਧਨ ਸੀ ਸੰਤੋਖ। ਹੁਣ ਨਿਸ਼ਾਨਾ ਜਿਹੜਾ ਹੈ ਉਹ ਤਾਕਤ ਪ੍ਰਾਪਤ ਕਰਨਾ ਹੈ। ਤਾਂ ਇਸ ਵਾਸਤੇ ਫਿਰ ਜਿਹੜੇ ਸਾਧਨ ਸੀ ਉਹ ਜਤ ਆਦਿਕ ਦੇ ਸਨ। ਜਤੀ ਹੋਣ ਦਾ ਜਿਹੜਾ ਸੀ, ਭਾਵੇਂ ਉਹ ਸਰੀਰ ਸੀ, ਭਾਵੇਂ ਉਹ ਵਿਚਾਰਾਂ ਸੀ, ਕਾਬੂ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਸੀ, ਜਿਸ ਨੂੰ ਅਸੀਂ ਸਾਧ ਕਹਿ ਸਕਦੇ। ਕਿਉਂਕਿ ਭਾਈ ਗੁਰਦਾਸ ਜੀ ਨੇ ਸਾਧ ਦੀ ਪਰਿਭਾਸ਼ਾ ਸਾਨੂੰ ਸਮਝਾਈ ਨਾ, ਸਮਝਾਉਂਦੇ ਹਨ, 9 ਦਰਵਾਜੇ ਸਾਧ, ਸਾਧ ਸਦਾਇਆ, ਜੀਵਨ ਦਾ ਮਨੋਰਥ ਅਲੱਗ। ਤਾਂ ਉਸ ਵੇਲੇ ਆਪਣੇ ਆਪ ਨੂੰ ਸਾਧਿਆ ਹੋਇਆ ਜਤੀ ਖਵਾਉਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ, ਫਿਰ ਤੀਸਰਾ ਯੁੱਗ ਆ ਗਿਆ, ਭਾਵ ਜਿਹੜੀਆਂ ਵਿਚਾਰਾਂ ਹਨ, ਜਿਹੜੇ ਸਾਧਨ ਸੀ, ਉਹ ਵੀ ਬਦਲ ਗਏ, ਤੇ ਨਾਲ ਨਾਲ ਜਿਹੜਾ ਮਨੁੱਖੀ ਜੀਵਨ ਦਾ ਨਿਸ਼ਾਨਾ ਸੀ, ਉਹ ਵੀ ਬਦਲ ਗਿਆ। ਦੁਆਪਰ ਰਥ ਤਪੈ ਕਾ, ਸਤ ਅਗੈ ਰਥਵਾਹੁ। ਹੁਣ ਮਨੁੱਖ ਜਿਹੜਾ ਹੈ ਉਹ ਆਖਦਾ ਹੈ ਕਿ ਭਾਈ ਮੈਨੂੰ ਸਤ ਦੀ ਪ੍ਰਾਪਤੀ ਹੋ ਜਾਵੇ। ਦੁਆਪਰ ਦੇ ਵਿੱਚ ਮਨੁੱਖਾ ਸਰੀਰ ਦਾ ਰਥ ਤਪ ਹੈ, ਤੇ ਇਸ ਤਪ ਰੂਪੀ ਰਥ ਦੇ ਅੱਗੇ ਰਥਵਾਹੀ ਸਤ ਹੁੰਦਾ ਹੈ।
ਜਦੋਂ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚ ਆਚਰਨ ਹੋਵੇ ਤਾਂ ਸੁੱਤੇ ਹੀ ਤਪ ਦੀ ਉਹ ਸਵਾਰੀ ਕਰਦਾ ਹੈ। ਆਪਣੇ ਆਪ ਨੂੰ ਫਿਰ ਜੀਵਨ ਦੇ ਵਿੱਚ ਸੁਚੱਜਾ ਰੱਖਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਹਨ, ਵਿਕਾਰਾਂ ਤੋਂ ਬਚਣ ਦੀ ਖਾਤਰ ਉਹ ਕਈ ਪ੍ਰਕਾਰ ਦੇ ਤਪ ਆਦਿ ਕਰਦਾ। ਨਿਸ਼ਾਨਾ ਹੈ ਮਨੁੱਖ ਦਾ ਸਤ ਦੀ ਪ੍ਰਾਪਤੀ, ਤੇ ਫਿਰ ਪ੍ਰਾਪਤੀ ਦੇ ਜਿਹੜੇ ਸਾਧਨ ਹਨ ਉਹ ਤਪ ਆਦਿਕ ਹੋ ਗਏ। ਫਿਰ ਯੁੱਗ ਬਦਲ ਗਿਆ ਜੀ, ਸਮੇਂ ਦੇ ਵਿੱਚ ਤਬਦੀਲੀ ਆ ਗਈ, ਤੇ ਸਤਿਗੁਰੂ ਜੀ ਸਮਝਾਉਂਦੇ ਹਨ, ਕਲ ਯੁਗ ਰਥ ਅਗਨ ਕਾ ਕੂੜ ਅਗਿਆ ਰਥ ਵਾਹੋ। ਵਿਚਾਰਾਂ ਬਦਲ ਗਈਆਂ, ਮਨੁੱਖ ਦਾ ਸੁਭਾਅ ਬਦਲ ਗਿਆ, ਤੇ ਹੁਣ ਜਿਹੜਾ ਨਿਸ਼ਾਨਾ ਹੈ ਨਾ ਉਹ ਨਿਰਾ ਝੂਠ ਹੀ ਹੈ। ਜਦੋਂ ਜੀਵਾਂ ਦੀ ਜ਼ਿੰਦਗੀ ਦਾ ਮਨੋਰਥ ਕੂੜ ਹੀ ਹੋਵੇ, ਠੱਗੀ ਹੀ ਹੋਵੇ, ਭਾਵੇਂ ਉਹ ਭਰਾ ਹੋਵੇ, ਭੈਣ ਹੋਵੇ, ਮਿੱਤਰ ਪਿਆਰਾ ਹੋਵੇ, ਮਾਂ ਪਿਓ ਹੋਵਨ, ਜਦੋਂ ਇੱਕੋ ਮਨੋਰਥ ਕੇ ਹਰੇਕ ਦੇ ਨਾਲ ਠੱਗੀ ਹੀ ਮਾਰਨੀ ਹੈ, ਹਰੇਕ ਨੂੰ ਝੂਠ ਹੀ ਬੋਲਣਾ ਹੈ, ਹਰੇਕ ਦੇ ਨਾਲ ਫਰੇਬ ਹੀ ਕਰਨਾ, ਸਾਰਿਆਂ ਦੇ ਕੋਲੋਂ ਕੁਝ ਨਾ ਕੁਝ ਠੱਗਣਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਕਿ ਫਿਰ ਉਸ ਵੇਲੇ ਜਿਹੜੇ ਸਾਧਨ ਹਨ ਉਹ ਤ੍ਰਿਸ਼ਨਾ ਦੇ ਰੂਪ ਦੇ ਵਿੱਚ ਹੋਵਣਗੇ, ਅੱਗ ਦੇ ਰੂਪ ਦੇ ਵਿੱਚ ਹੋਵਣਗੇ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਜਿਹੜੇ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ ਨਿਰੰਤਰ ਭਟਕਦੀ ਹੈ, ਤੇ ਇਸ ਦਾ ਕਾਰਨ ਇਹ ਵੀ ਹੈ ਕਿ ਮਨੁੱਖ ਮਾਲਕ ਦੇ ਨਾਮ ਤੋਂ ਵਿਛੋੜਾ ਪਾ ਚੁੱਕਾ ਹੈ, ਮਨੋਰਥ ਬਦਲ ਚੁੱਕਾ ਹੈ। ਜਿੱਥੇ ਮਨੋਰਥ ਧਰਮ ਸੀ ਨਾ, ਨਿਸ਼ਾਨਾ ਧਰਮ ਸੀ, ਹੁਣ ਨਿਸ਼ਾਨਾ ਜਿਹੜਾ ਨਾ ਉਹ ਠੱਗੀ ਮਾਰਨਾ ਹੋ ਗਿਆ ਹੈ, ਕੂੜ ਹੈ, ਝੂਠ ਹੈ ਹਰੇਕ ਦੇ ਨਾਲ। ਕਿਸੇ ਪ੍ਰਤੀ ਵੀ ਮਨੁੱਖ ਸਚਿਆਰਾ ਨਹੀਂ ਹੈ, ਆਪਣੇ ਪਰਿਵਾਰ ਪ੍ਰਤੀ ਨਹੀਂ, ਮਾਤਾ ਪਿਤਾ ਪ੍ਰਤੀ ਨਹੀਂ, ਬੱਚਿਆਂ ਪ੍ਰਤੀ ਨਹੀਂ, ਇੱਥੋਂ ਤੱਕ ਕਿ ਆਪਣੇ ਜੀਵਨ ਦਾ ਜੋ ਸਾਥੀ ਹੈ, ਚਾਹੇ ਉਹ ਪਤੀ ਹੋਵੇ, ਚਾਹੇ ਉਹ ਪਤਨੀ ਹੋਵੇ, ਉੱਥੇ ਵੀ ਠੱਗੀ ਹੈ, ਫਰੇਬ ਹੈ, ਝੂਠ ਹੈ, ਸੱਚ ਉੱਥੇ ਵੀ ਨਹੀਂ ਹੈ। ਉਸ ਪ੍ਰਤੀ ਵੀ ਜਿਸ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ 4 ਪਰਿਕਰਮਾਂ ਕੀਤੀਆਂ ਸੀ, 4 ਬਚਨ ਕੀਤੇ ਸਨ, ਉੱਥੇ ਵੀ ਝੂਠ ਹੀ ਜ਼ਿੰਦਗੀ ਦੇ ਵਿੱਚ ਵਸਿਆ, ਉੱਥੇ ਵੀ ਸਚਾਈ ਨਹੀਂ ਹੈ। ਕੱਲ ਰੋਜ਼ ਵੀ ਬੇਨਤੀ ਕੀਤੀ ਸੀ, ਇੱਕ ਦਿਨ ਪਹਿਲਾਂ ਵੀ, ਕਿ ਸਚਾਈ ਕਿਤੇ ਵੀ ਦਿਖਾਈ ਨਹੀਂ ਦਿੰਦੀ ਹੈ। ਕੋਈ ਵੀ ਮਨੁੱਖ, ਅਸੀਂ ਸਾਰੇ ਹੀ ਆਪਣੇ ਆਪ ਨੂੰ ਮੈਂ ਵਿੱਚ ਹੀ ਪਾਵਾਂਗਾ ਕਿ ਅਸੀਂ ਸੱਚ ਤੋਂ ਦੂਰ ਹਾਂ, ਸਚਾਈ ਕਿਤੇ ਨਹੀਂ ਦਿਖਾਈ ਦਿੰਦੀ ਜੀ। ਮਨੁੱਖ ਕਿਤੇ ਵੀ ਸੱਚ ਸ਼ਹਿਦ ਹੀ ਬੋਲਦਾ ਹੋਵੇ, ਨਹੀਂ ਤਾਂ ਹਰ ਜਗ੍ਹਾ ਦੇ ਉੱਪਰ ਕੂੜ ਹੀ ਕੂੜ, ਨਿਸ਼ਾਨਾ ਵੀ ਕੂੜ ਹੈ, ਝੂਠ ਹੈ, ਠੱਗੀ ਹੈ। ਇੱਕੋ ਹੀ ਮਕਸਦ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਰਿਆਂ ਨੂੰ ਮੈਂ ਠੱਗ ਲਵਾਂ, ਜਾਇਦਾਦ ਵੀ ਮੈਨੂੰ ਪ੍ਰਾਪਤ ਹੋ ਜਾਵੇ। ਹੁਣ ਵੇਖਿਆ ਜਾਵੇ ਨਾ, ਅਸੀਂ ਵੇਖ ਸਕਦੇ ਹਾਂ ਅਖਬਾਰਾਂ ਰਾਹੀਂ, ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਸੰਸਾਰ ਦੇ ਨਾਲ ਜੁੜੇ ਹੋਏ ਹਾਂ, ਤੇ ਅਕਸਰ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਵੇਖਦੇ ਹਾਂ ਕਿ ਜ਼ਮੀਨ ਦੇ ਪਿੱਛੇ, ਕਾਰੋਬਾਰ ਦੇ ਪਿੱਛੇ ਝਗੜਾ ਹੋ ਗਿਆ। ਜਿਹੜੇ 2 ਭਰਾ ਸੀ, ਭੈਣ ਭਰਾ ਸਨ, ਉਹ ਅਦਾਲਤਾਂ ਦੇ ਵਿੱਚ ਖਲੋਤੇ ਹਨ, ਮਾਂ ਪਿਓ ਦੇ ਵਿਰੁੱਧ ਕੇਸ ਹਨ, ਮਾਂ ਪਿਓ ਵੱਲੋਂ ਬੱਚਿਆਂ ਦੇ ਵਿਰੁੱਧ ਕੇਸ ਹਨ, ਇੱਕ ਦੂਜੇ ਨਾਲ ਝਗੜਾ ਕਰਦਿਆਂ ਹੋਇਆਂ ਮਾਰ ਵੀ ਦਿੰਦੇ ਹਨ ਇੱਕ ਦੂਜੇ ਨੂੰ, ਕਿਉਂਕਿ ਉਸ ਵੇਲੇ ਨਿਸ਼ਾਨਾ ਠੱਗੀ ਹੈ, ਤੇ ਅੰਦਰ ਫਿਰ ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਬਲਦੀ ਹੈ। ਤੇ ਜਿਹੜੀ ਬਲਦੀ ਹੋਈ ਅੱਗ ਹੈ ਨਾ, ਇਹ ਜ਼ਰੂਰੀ ਨਹੀਂ ਕਿ ਕਿਸੇ ਦੂਸਰੇ ਨੂੰ ਹੀ ਨੁਕਸਾਨ ਪਹੁੰਚਾਵੇ, ਇਹ ਆਪਣੇ ਆਪ ਨੂੰ ਅੰਦਰੋਂ ਵਧੇਰੇ ਸਾੜਦੀ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਸੁਭਾਅ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸ਼ੇਖ ਫਰੀਦ ਜੀ ਨੇ ਸਾਨੂੰ ਇੱਕ ਸਿੱਖਿਆ ਦਿੱਤੀ, ਸਾਡੇ ਜੀਵਨ ਨੂੰ ਦਰਸਾਇਆ ਹੈ ਕਿ ਕਿਜ ਨਾ ਬੁੱਝੇ, ਕਿਜ ਨਾ ਸੁਝੇ, ਦੁਨੀਆ ਗੁੱਝੀ ਭਾਹ, ਨਾ ਦਿਖਾਈ ਦਿੰਦੀ ਨਾ ਸਮਝ ਪੈਂਦੀ, ਪਰ ਸਮੁੱਚੀ ਲੁਕਾਈ ਦੇ ਅੰਦਰ ਮਨੁੱਖਾਂ ਦੇ ਅੰਦਰ ਇੱਕ ਵਿਕਾਰਾਂ ਦੀ ਅੱਗ ਬਲਦੀ ਹੈ, ਜੈਲਸੀ ਦੀ ਅੱਗ ਬਲਦੀ ਹੈ। ਦੂਸਰੇ ਨੂੰ ਵੇਖ ਕਰ ਅਸੀਂ ਦੁਖੀ ਹੋ ਰਹੇ ਹਾਂ। ਅੱਜ ਦੇ ਸਮੇਂ ਦੇ ਵਿੱਚ ਸਾਰੇ ਅਸੀਂ ਦੁਖੀ ਹਾਂ, ਪਰ ਸਾਡੇ ਦੁੱਖਾਂ ਦਾ ਕਾਰਨ ਸਾਡੇ ਆਪਣੇ ਦੁੱਖ ਨਹੀਂ, ਸਗੋਂ ਦੂਸਰੇ ਦੇ ਸੁੱਖ ਹਨ। ਦੂਸਰੇ ਨੂੰ ਖੁਸ਼ ਵੇਖ ਕਰ, ਦੂਸਰੇ ਨੂੰ ਸੁਖੀ ਵੇਖ ਕਰ ਅਸੀਂ ਦੁੱਖ ਜਿਹੜਾ ਹੈ ਉਸ ਨੂੰ ਮੰਨਦੇ ਹਾਂ। ਸਾਡੇ ਬੱਚੇ ਦਾ ਕੋਈ ਅੱਧਾ ਨੰਬਰ ਘੱਟ ਆ ਗਿਆ, ਗਵਾਂਢ ਵਾਲਿਆਂ ਦੇ ਬੱਚੇ ਦੇ 2 ਨੰਬਰ ਵੱਧ ਗਏ,
ਅਸੀਂ ਵਧਾਈ ਤਾਂ ਜ਼ਰੂਰ ਦੇ ਦੇਵਾਂਗੇ। ਹੋ ਸਕਦਾ ਜਿਹੜਾ ਕਿਸੇ ਨੇ ਸਟੇਟਸ ਪਾਇਆ ਹੋਵੇ, ਸਟੋਰੀ ਪਾਈ ਹੋਵੇ, ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਬੜਾ ਕੁਝ ਲਿਖ ਕੇ ਪਾ ਦੇਵਾਂਗੇ, ਬੜੀਆਂ ਮੁਬਾਰਕਾਂ, ਪਰ ਘਰ ਦੇ ਵਿੱਚ ਝਗੜਾ ਜ਼ਰੂਰ ਸਾਡੇ ਬੱਚੇ ਨਾਲ ਸਾਡਾ ਹੋਵੇਗਾ ਕਿ ਤੇਰੇ ਨੰਬਰ ਘੱਟ ਕਿਉਂ ਆ ਗਏ ਹਨ। ਹੁਣ ਵੇਖੋ, ਫਸਟ ਤਾਂ ਇੱਕ ਹੀ ਬੱਚਾ ਆਉਣਾ ਹੈ ਤੇ ਸਾਰੇ ਉੱਥੇ ਆ ਵੀ ਨਹੀਂ ਸਕਦੇ ਜੀ। ਮੰਨ ਲਓ ਸਾਰੇ ਬੱਚਿਆਂ ਦੇ ਨੰਬਰ ਇੱਕੋ ਜਿਹੇ ਆ ਗਏ ਤਾਂ ਕੋਈ ਨਾ ਕੋਈ ਤੇ ਮਾਲਕ ਨੇ ਵਿਭਿੰਨਤਾ ਰੱਖੀ ਹੈ ਨਾ। ਕਿਸੇ ਬੱਚੇ ਦੇ ਵਿੱਚ ਕੋਈ ਗੁਣ ਪਾਇਆ, ਕਿਸੇ ਜੀਵ ਦੇ ਵਿੱਚ ਕੋਈ ਗੁਣ ਪਾ ਦਿੱਤਾ ਜੀ। ਹੁਣ ਅਸੀਂ ਸਾਰਿਆਂ ਨੂੰ ਆਖਦੇ ਹਾਂ ਕਿ ਇੱਕੋ ਜਿਹਾ ਹੀ ਹੋਵੇ, ਇੱਕੋ ਜਿਹਾ ਨਹੀਂ ਹੋ ਸਕਦਾ। ਹੱਥ ਦੀਆਂ ਉਂਗਲਾਂ ਨਹੀਂ ਅਸੀਂ ਆਪ ਇੱਕੋ ਜਿਹੀਆਂ ਰੱਖ ਸਕਦੇ, ਤੇ ਬੱਚਿਆਂ ਦੇ ਸੁਭਾਅ ਨੂੰ ਅਸੀਂ ਕਿਵੇਂ ਇੱਕੋ ਜਿਹਾ ਰੱਖ ਸਕਦੇ ਹੋਵਾਂਗੇ? ਕਿਵੇਂ ਅਸੀਂ ਸਾਰੀ ਮਨੁੱਖਤਾ ਨੂੰ, ਸਾਰੇ ਜੀਵਾਂ ਨੂੰ ਇੱਕੋ ਜਿਹਾ ਹੀ ਰੱਖੀਏ, ਇੱਕੋ ਹੀ ਲੈਵਲ ਦੇ ਨਾਲ ਵੇਖ ਲਈਏ, ਇੱਕੋ ਹੀ ਰੱਸੇ ਦੇ ਨਾਲ ਬੰਨ੍ਹਦੇ ਹੋਈਏ, ਇੱਕੋ ਜਿਹੀ ਹੀ ਸਾਰਿਆਂ ਦੇ ਕੋਲੋਂ ਪ੍ਰੋਗਰੈਸ ਚਾਹੁੰਦੇ ਹੋਈਏ, ਸਾਰਿਆਂ ਦੇ ਕੋਲੋਂ ਇੱਕੋ ਰਿਜ਼ਲਟ ਕਿਵੇਂ ਸਾਨੂੰ ਪ੍ਰਾਪਤ ਹੋਵੇਗਾ? ਜਦੋਂ ਹਰੇਕ ਦੇ ਵਿੱਚ ਵਿਭਿੰਨਤਾ, ਇੱਕ ਕੋਈ ਫਲਾਂ ਦਾ ਬੂਟਾ ਵੇਖ ਲਓ, ਉਸ ਨੂੰ ਜਿੰਨੇ ਵੀ ਫਲ ਲੱਗਦੇ ਹਨ ਸਾਰਿਆਂ ਦੇ ਆਕਾਰ ਦੇ ਵਿੱਚ ਵੀ ਫਰਕ ਹੋਵੇਗਾ ਤੇ ਸਾਰਿਆਂ ਦੇ ਸਵਾਦ ਦੇ ਵਿੱਚ ਵੀ ਫਰਕ ਹੋਵੇਗਾ। ਇੱਕੋ ਹੀ ਦਰਖਤ ਨੂੰ ਫਲ ਲੱਗੇ ਕੋਈ ਫਰਕ ਨਹੀਂ, ਪਰ ਸਵਾਦ ਤੇ ਆਕਾਰ ਦੇ ਵਿੱਚ ਫਰਕ ਹੋਵੇਗਾ, ਰੰਗ ਦੇ ਵਿੱਚ ਫਰਕ ਹੋਵੇਗਾ। ਪਰਿਵਾਰ ਦੇ ਵਿੱਚ 4 ਜੀ ਹਨ, ਚਵਾਂ ਦਾ ਟੇਸਟ ਅਲੱਗ ਹੈ, ਕਿਸੇ ਨੂੰ ਕੋਈ ਸਬਜ਼ੀ ਪਸੰਦ, ਕਿਸੇ ਨੂੰ ਕੋਈ ਸਬਜ਼ੀ। ਤੁਸੀਂ ਸਾਰਿਆਂ ਦੇ ਉੱਪਰ ਇੱਕੋ ਗੱਲ ਨਹੀਂ ਥੋਪ ਸਕਦੇ ਹਾਂ ਕਿਸੇ ਰੂਪ ਦੇ ਵਿੱਚ ਵੀ। ਤਾਂ ਕਿਵੇਂ ਅਸੀਂ ਆਖੀਏ ਕਿ ਭਾਈ ਸਾਰੇ ਹੀ ਬੱਚੇ ਇੱਕੋ ਹੀ ਸੁਭਾਅ ਦੇ ਹੋਵਨ, ਉਹਨਾਂ ਦੇ ਨੰਬਰ ਵੀ ਬਰਾਬਰ ਆਵਣ, ਉਹ ਖੇਡਾਂ ਦੇ ਵਿੱਚ ਵੀ ਵੱਧ ਤੋਂ ਵੱਧ ਪ੍ਰਦਰਸ਼ਨ ਕਰਨ? ਅਸੀਂ ਜੋ ਨਹੀਂ ਕਰ ਪਾਏ, ਅਸੀਂ ਬੱਚਿਆਂ ਦੇ ਕੋਲੋਂ ਕਿਉਂ ਇੰਨਾ ਜ਼ਿਆਦਾ ਤਸ਼ੱਦਦ ਕਰਕੇ ਉਹ ਚਾਹੁੰਦੇ ਹਾਂ? ਫਿਰ ਤਾਂ ਉਹ ਬੱਚੇ ਨਹੀਂ ਹੋਵਣਗੇ, ਉਹ ਇੱਕ ਕੰਪਿਊਟਰ ਡਿਵਾਈਸ ਹੋਵਣਗੇ ਕਿ ਹਰੇਕ ਵਸਤੂ ਨੂੰ ਅਸੀਂ ਉਹਨਾਂ ਦੇ ਉੱਪਰ ਲਾਗੂ ਕਰਦੇ ਹਾਂ। ਰੋਬੋਟ ਦੀ ਨਹੀਂ ਆਈ ਕਿ ਉਹ ਪਰਫੈਕਟ ਰਿਜ਼ਲਟ ਸਾਨੂੰ ਪੇਸ਼ ਕਰਕੇ ਦੇਵਨ, ਪਰ ਇਸ ਪ੍ਰਕਾਰ ਨਹੀਂ ਹੋਵੇਗਾ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ, ਸੁਭਾਅ ਦਾ ਫਰਕ ਹੈ, ਫਰਕ ਹੈ ਜੀਵਨ ਦੇ ਵਿੱਚ ਨਿਰੰਤਰ। ਅਸੀਂ ਦੁਖੀ ਹਾਂ ਦੂਸਰੇ ਦੇ ਸੁੱਖਾਂ ਨੂੰ ਵੇਖ ਕਰ, ਆਪਣੇ ਦੁੱਖਾਂ ਕਰਕੇ ਨਹੀਂ, ਕਿਉਂਕਿ ਤ੍ਰਿਸ਼ਨਾ ਦੀ ਨਿਰੰਤਰ ਸਾਡੇ ਅੰਦਰ ਅੱਗ ਬਲਦੀ ਪਈ। ਤੇ ਸਤਿਗੁਰੂ ਜੀ ਸਮਝਾ ਰਹੇ ਹਨ, ਬਿਨ ਸਿਮਰਨ ਇਉਂ ਜੀਵਨ ਬਲਣਾ। ਸਿਮਰਨ ਤੋਂ ਬਿਨਾ, ਭਜਨ ਬੰਦਗੀ ਤੋਂ ਬਿਨਾ, ਮਾਲਕ ਦੇ ਨਾਮ ਤੋਂ ਬਿਨਾ ਜਿਹੜਾ ਜੀਵਨ ਹੈ ਨਾ ਅੰਦਰੋਂ, ਉਹ ਬਲਦਾ ਪਿਆ ਹੈ। ਕਿਜ ਨ ਬੁੱਝੇ ਕਿਜ ਨ ਸੁੱਝੇ, ਦੁਨੀਆ ਗੁੱਝੀ ਪਾਹੇ। ਤੇ ਅਸੀਂ ਇਹ ਵੀ ਵੇਖਿਆ ਸੁਣਿਆ, ਬਾਬਾ ਸ਼ੇਖ ਫਰੀਦ ਜੀ ਨੇ ਸਮਝਾਇਆ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚਾ ਚੜ ਕੇ ਵੇਖਿਆ ਤਾਂ ਘਰ ਘਰ ਇਹਾ ਅੱਗ। ਹਰੇਕ ਦੇ ਅੰਦਰ ਅੱਗ ਬਲਦੀ ਹੈ, ਹਰੇਕ ਦੇ ਅੰਦਰ ਜਲਸੀ ਹੈ, ਕਿਉਂਕਿ ਨਿਸ਼ਾਨਾ ਜਿਹੜਾ ਨਾ ਉਹ ਠੱਗੀ ਹੈ। ਕੋਈ ਐਸਾ ਤਰੀਕਾ ਪ੍ਰਾਪਤ ਹੋ ਜਾਵੇ ਕਿ ਮੈਂ ਆਪਣੇ ਭਰਾ ਨੂੰ ਵੀ ਠੱਗ ਸਕਦਾ ਹੋਵਾਂ। ਜਿੱਥੇ ਅਸੀਂ ਇੱਕ ਮਾਂ ਪਿਓ ਦੇ ਬੱਚੇ, ਇੱਕ ਹੀ ਮਾਤਾ ਨੇ ਸਾਨੂੰ ਪਾਲਿਆ, ਪਰ ਉੱਥੇ ਵੀ ਸਾਡੀ ਠੱਗੀ ਹੋ ਗਈ, ਕਿਉਂਕਿ ਸੁਭਾਅ ਦੇ ਵਿੱਚ ਫਰਕ ਆ ਗਿਆ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾਹੋ। ਹੁਣ ਨਿਸ਼ਾਨਾ ਜਿਹੜਾ ਨਾ ਉਹ ਕੂੜ ਹੈ, ਤੇ ਇਸ ਦੀ ਪ੍ਰਾਪਤੀ ਵਾਸਤੇ, ਠੱਗੀ ਦੀ ਪ੍ਰਾਪਤੀ ਵਾਸਤੇ ਜਿਹੜੇ ਸਾਧਨ ਹਨ ਉਹ ਤ੍ਰਿਸ਼ਨਾ ਦੀ ਅੱਗ ਹੈ। ਤੇ ਤ੍ਰਿਸ਼ਨਾ ਦੀ ਅੱਗ ਕਰਕੇ ਜਿੱਥੇ ਅਸੀਂ ਖੁਦ ਬਲਦੇ ਪਏ ਨਾ, ਉੱਥੇ ਅਸੀਂ ਬਾਕੀਆਂ ਨੂੰ ਵੀ ਜਲਾਉਂਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਫਿਰ ਬਖਸ਼ਿਸ਼ ਕੀਤੀ, ਸਮਝਾਉਣਾ ਕੀਤਾ ਹੈ ਕਿ ਸਾਡਾ ਸਾਰਿਆਂ ਦਾ ਇੱਕ ਮਨੋਰਥ ਹੁੰਦਾ ਹੈ, ਇੱਕ ਚਾਹਤ ਹੁੰਦੀ ਹੈ ਕਿ ਅਸੀਂ ਮੋਕਸ਼ ਦੀ ਪ੍ਰਾਪਤੀ ਕਰੀਏ। ਕੋਈ ਸੱਚਖੰਡ ਕਹਿ ਦੇਵੇ, ਕੋਈ ਬਹਿਸ਼ਤ ਕਹਿ ਦੇਵੇ, ਕੋਈ ਸਵਰਗ ਕਹਿ ਦੇਵੇ, ਕੋਈ ਚੰਗਾ ਜੀਵਨ ਕਹਿ ਦੇਵੇ, ਪਰ ਮਨੋਰਥ ਇੱਕੋ ਹੀ ਕਿ ਮੋਕਸ਼ ਅਸੀਂ ਪ੍ਰਾਪਤ ਕਰਨਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ, ਮੋਕਸ਼ ਦੀ ਪ੍ਰਾਪਤੀ ਹੋਵੇਗੀ ਤਉ ਨਾਨਕ ਮੁਖ ਅੰਤਰ ਪਾਏ, ਪਰ ਜੇਕਰ ਭਾਉ ਭਗਤ ਕਰ ਨੀਚ ਸਦਾਏ। ਜੇਕਰ ਭਗਤੀ ਭਾਵਨਾ ਸਹਿਤ, ਪ੍ਰੇਮ ਸਹਿਤ ਮਾਲਕ ਦੀ ਕਿਰਪਾ ਦਾ ਮਨੁੱਖ ਪਾਤਰ ਬਣਦਾ ਹੋਵੇ, ਪਰ ਆਪਣੇ ਆਪ ਨੂੰ ਨੀਚ ਭਾਵ ਨਿਮਾਣਾ ਦੱਸਦਾ ਹੋਵੇ। ਇਹ ਨਾ ਹੋਵੇ ਕਿ ਭਾਈ ਜੀਵਨ ਦੇ ਵਿੱਚ ਨਿਰਮਾਨਤਾ, ਜੀਵਨ ਦੇ ਵਿੱਚ ਗਰੀਬੀ, ਨਿਮਰਤਾ ਹੋਵੇ ਹੀ ਨਾ, ਮਨੁੱਖ ਹੰਕਾਰ ਕਰਦਾ ਜਾਵੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਜਿਹੜੇ ਧਾਰਮਿਕ ਗ੍ਰੰਥ ਹਨ, ਜਿਤਨੇ ਵੀ ਹਨ ਦੁਨੀਆ ਦੇ ਤਖਤੇ ਦੇ ਉੱਪਰ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹਨ, ਵੇਦ ਕਤੇਬ ਕਹੋ ਮਤ ਝੂਠਾ, ਝੂਠਾ ਜੋ ਨਾ ਵਿਚਾਰੇ। ਕੋਈ ਧਾਰਮਿਕ ਗ੍ਰੰਥ ਮਾੜੀ ਸਿੱਖਿਆ ਨਹੀਂ ਦੇ ਰਿਹਾ। ਝੂਠਾ ਕੌਣ ਹੈ? ਜਿਹੜਾ ਉਹਨਾਂ ਦੀ ਸੁਚੱਜੀ ਵਿਚਾਰ ਨਹੀਂ ਕਰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਆਪਣੇ ਆਪ ਨੂੰ ਨਿਮਰਤਾ ਦੇ ਵਿੱਚ, ਨਿਰਮਾਨਤਾ ਦੇ ਵਿੱਚ ਰੱਖਿਆ ਜਾਵੇ। ਧਾਰਮਿਕ ਗ੍ਰੰਥ ਪੜ੍ਹਦਿਆਂ ਕਦੇ ਹੰਕਾਰ ਨਾ ਆ ਜਾਵੇ ਜੀ। ਸਗੋਂ ਜਿਉਂ-ਜਿਉਂ ਅਸੀਂ ਪੜ੍ਹਦੇ ਜਾਈਏ ਧਰਮ ਗ੍ਰੰਥਾਂ ਨੂੰ, ਗਿਆਨ ਦੀ ਅਸੀਂ ਪ੍ਰਾਪਤੀ ਕਰਦੇ ਜਾਈਏ, ਤਿਉਂ-ਤਿਉਂ ਸਾਡੇ ਅੰਦਰ ਨਿਮਰਤਾ ਆਵੇ, ਸਾਦਗੀ ਆਵੇ, ਇੱਕ ਨਿਰਮਾਨਤਾ, ਗਰੀਬੀ ਵਾਲਾ ਕਾਰਜ ਆਵੇ ਜੀ। ਕੁਦਰਤ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਇੱਕ ਰੁੱਖ ਨੂੰ ਫਲ ਲੱਗਦੇ ਹਨ ਤੇ ਜਿੰਨੇ ਵਧੇਰੇ ਫਲ ਲੱਗੇ ਹੋਵਣਗੇ ਤੇ ਜਿੰਨਾ ਉਹਨਾਂ ਫਲਾਂ ਦੇ ਵਿੱਚ ਰਸ ਭਰਿਆ ਹੋਵੇਗਾ ਨਾ, ਰੁੱਖ ਦੀਆਂ ਟਹਿਣੀਆਂ ਜ਼ਮੀਨ ਵਾਲੇ ਪਾਸੇ ਨੂੰ ਝੁਕਦੀਆਂ ਜਾਂਦੀਆਂ ਹਨ। ਫਲਾਂ ਦੀ ਗਿਣਤੀ ਵੱਧਦੀ ਗਈ, ਉਹਨਾਂ ਦੇ ਵਿੱਚ ਮਿਠਾਸ ਵੱਧਦੀ ਗਈ, ਰਸ ਵੱਧਦਾ ਗਿਆ ਤੇ ਤਿਉਂ-ਤਿਉਂ ਰੁੱਖ ਦੀਆਂ ਟਹਿਣੀਆਂ ਝੁਕਦੀਆਂ ਜਾਂਦੀਆਂ ਹਨ। ਤੇ ਉਸ ਟਹਿਣੀਆਂ ਨੂੰ ਫਿਰ ਸਹਾਰਾ ਦੇਣ ਲਈ ਕਈ ਵਾਰ ਅਸੀਂ ਆਪਣੇ ਘਰਾਂ ਦੇ ਵਿੱਚ ਕੋਈ ਹੋਰ ਥੱਲਿਓਂ ਸਪੋਟਾਂ ਆਦਿਕ ਲਾਉਂਦੇ ਹਾਂ। ਪਰ ਨਿਮਰਤਾ ਹੈ, ਰਸ ਹੈ, ਮਿਠਾਸ ਹੈ ਤੇ ਉਹ ਟਹਿਣੀਆਂ ਝੁਕੀਆਂ ਹਨ ਕਿਉਂਕਿ ਫਲ ਲੱਗਾ ਹੈ। ਤੇ ਜਿਹੜੀਆਂ ਟਹਿਣੀਆਂ ਫਲ ਤੋਂ ਸੱਖਣੀਆਂ ਹੁੰਦੀਆਂ ਹਨ, ਉਹ ਅਸਮਾਨ ਵੱਲ ਨੂੰ ਉੱਚੀਆਂ ਉੱਠੀਆਂ ਹੋਵਣਗੀਆਂ, ਕਿਉਂਕਿ ਨਾ ਫਲ ਲੱਗੇ, ਨਾ ਫੁੱਲ ਲੱਗੇ, ਨਾ ਮਿਠਾਸ ਆਈ ਤੇ ਨਾ ਹੀ ਕੋਈ ਰਸ ਵਿੱਚ ਭਰਿਆ ਹੈ। ਐਸਾ ਹੀ ਸਤਿਗੁਰੂ ਜੀ ਆਖਦੇ ਹਨ ਕਿ ਮਨੁੱਖ ਦਾ ਵੀ ਜੀਵਨ ਹੋਵੇ ਜੀ। ਜਿਉਂ-ਜਿਉਂ ਮਨੁੱਖ ਦੇ ਅੰਦਰ ਗੁਣ ਆਵਣ, ਜਿਉਂ-ਜਿਉਂ ਧਰਮ ਗ੍ਰੰਥਾਂ ਨੂੰ ਪੜ੍ਹਦਾ ਜਾਵੇ, ਤਿਉਂ-ਤਿਉਂ ਜੀਵਨ ਦੇ ਵਿੱਚ ਨਿਰਮਾਨਤਾ ਆਉਂਦੀ ਜਾਵੇ, ਨਿਮਰਤਾ ਆਉਂਦੀ ਜਾਵੇ। ਇਹ ਨਾ ਹੋਵੇ ਕਿ ਭਾਈ ਗੁਣ ਆਵਣ ਤੇ ਉਹਨਾਂ ਗੁਣਾਂ ਦੇ ਨਾਲ ਹੰਕਾਰਿਆ ਜਾਵੇ, ਫਿਰ ਤਾਂ ਉਹ ਲਾਭ ਨਹੀਂ ਨਾ ਪ੍ਰਾਪਤ ਹੋਵੇਗਾ। ਮੰਨ ਲਓ ਸਾਡੇ ਕੋਲ ਕੋਈ ਰੋਸ਼ਨੀ ਵਾਲੀ ਵਸਤੂ ਹੈ, ਪਦਾਰਥ ਹੈ, ਅਸੀਂ ਹੱਥ ਦੇ ਵਿੱਚ ਮਸ਼ਾਲ ਫੜੀ, ਦੀਵਾ ਫੜਿਆ ਹੋਇਆ, ਤੇ ਚਾਹੀਦਾ ਤਾਂ ਇਹ ਕਿ ਅਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਚਾਨਣ ਕਰੀਏ, ਆਪਣੇ ਸਾਥੀ ਨੂੰ ਵੀ ਚਾਨਣ ਦਈਏ ਕਿ ਤੂੰ ਵੀ ਭਾਈ ਮਾਰਗ ਤੇ ਸੌਖਾ ਚੱਲ। ਅਸੀਂ ਉਸ ਬੁੱਝੀਆਂ ਹੋਈਆਂ ਦੀਵਿਆਂ ਨੂੰ ਵੀ ਜਗਾਉਣ ਦਾ ਯਤਨ ਕਰੀਏ, ਹਰੇਕ ਘਰ ਦੇ ਵਿੱਚ ਰੋਸ਼ਨੀ ਕਰੀਏ। ਪਰ ਜੇਕਰ ਅਸੀਂ ਉਸ ਮਸ਼ਾਲ ਦਾ, ਦੀਪਕ ਦਾ ਹੰਕਾਰ ਕਰ ਲਿਆ ਤੇ ਹੰਕਾਰ ਕਰਕੇ ਕਿਸੇ ਦਾ ਘਰ ਜਲਾ ਦਿੱਤਾ ਤੇ ਉਹ ਲਾਭਦਾਇਕ ਗਿਆਨ ਨਹੀਂ ਹੋਵੇਗਾ। ਸਤਿਗੁਰੂ ਜੀ ਸਮਝਾਉਂਦੇ ਹਨ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖੰਤਰ ਪਾਏ। ਜੇਕਰ ਮਾਲਕ ਦੀ ਕਿਰਪਾ ਦਾ ਪਾਤਰ ਬਣਦਿਆਂ ਹੋਇਆਂ ਮਨੁੱਖ ਜਿਹੜਾ ਹੈ, ਮਾਲਕ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣੇ, ਪ੍ਰੇਮਾ ਭਗਤੀ ਕਰਦਾ ਹੋਵੇ, ਨਿਮਰਤਾ ਆਪਣੇ ਵਿੱਚ ਲੈ ਆਵੇ, ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਹੋਵੇ, ਤੇ ਸਤਿਗੁਰੂ ਜੀ ਆਖਦੇ ਹਨ ਕਿ ਉਸੇ ਨੂੰ ਹੀ ਫਿਰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਵੇਖੀਏ ਨਾ ਕਿ ਅਸੀਂ ਸਾਰੇ ਹੀ, ਕੋਈ ਵੀ ਆਪਣੇ ਆਪ ਨੂੰ ਛੋਟਾ ਨਹੀਂ ਅਖਵਾਉਣਾ ਚਾਹੁੰਦਾ ਹੈ, ਵੱਡਾ ਅਸੀਂ ਆਪਣੇ ਆਪ ਨੂੰ ਸਾਰੇ ਹੀ ਅਖਵਾਉਣਾ ਚਾਹੁੰਦੇ ਹਾਂ। ਮੈਂ ਵੱਡਾ ਹਾਂ, ਮੈਨੂੰ ਬੜਾ ਪਤਾ ਹੈ, ਜਿੰਨਾ ਮੈਨੂੰ ਗਿਆਨ ਕਿਸੇ ਨੂੰ ਗਿਆਨ ਹੀ ਨਹੀਂ, ਮੈਨੂੰ ਸਾਰੇ ਕੁਝ ਦਾ ਪਤਾ। ਬੜੀਆਂ ਮੈਵਾਂ ਸਾਡੀਆਂ ਅੰਦਰ ਹਨ, ਹਰ ਪ੍ਰਕਾਰ ਦੀ ਮੈਂ ਸਾਡੇ ਅੰਦਰ ਹੈ। ਮੈਂ ਹਾਂ ਤੇ ਮੈਂ ਹੀ ਹਾਂ। ਤੇ ਜੇਕਰ ਮਾਲਕ ਦੇ ਗੁਣ ਵਸੇ ਹੋਵਨ ਨਾ ਹਿਰਦੇ ਦੇ ਵਿੱਚ, ਤੇ ਮੈਂ ਸ਼ਬਦ ਨਹੀਂ ਆਵੇਗਾ, ਫਿਰ ਤੂੰ ਹੀ ਆਵੇਗਾ। ਮਾਲਕ ਜੀ ਤੁਸੀਂ ਹੋ, ਇਹ ਕਿਰਪਾ ਤੁਸਾਂ ਨੇ ਕੀਤੀ ਹੈ, ਇਹ ਕਾਰਜ ਕਰਨ ਦੀ ਸਮਰੱਥਾ ਮੇਰੇ ਵਿੱਚ ਨਹੀਂ ਸੀ, ਇਹ ਤਾਂ ਆਪ ਜੀ ਨੇ ਰਹਿਮਤ ਕੀਤੀ, ਤਰਸ ਕੀਤਾ ਤੇ ਮੇਰੇ ਕੋਲੋਂ ਇਹ ਸੇਵਾ ਲਈ ਹੈ ਜੀ। ਇੱਕ ਉਦਾਹਰਨ ਸਾਡੇ ਕੋਲ ਬੜੀ ਸੁਚੱਜੀ ਇਤਿਹਾਸ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸੁਨੇਹਾ ਪ੍ਰਾਪਤ ਹੋਇਆ ਕਿ ਜਿਹੜੇ 22 ਧਾਰ ਦੇ ਰਾਜੇ ਹਨ, ਉਹ ਲੋਹਗੜ੍ਹ ਦਾ ਕਿਲਾ ਭੰਨਣਾ ਚਾਹੁੰਦੇ ਹਨ, ਉਸ ਦਾ ਦਰਵਾਜ਼ਾ। ਤੇ ਉਸ ਵਾਸਤੇ ਕੇਸਰੀ ਚੰਦ ਨੇ ਇੱਕ ਹਾਥੀ ਤਿਆਰ ਕੀਤਾ ਹੈ, ਤੇ ਹਾਥੀ ਦੀ ਟੱਕਰ ਮਰਵਾ ਕਰ ਉਹ ਕਿਲੇ ਦਾ ਦਰਵਾਜ਼ਾ ਤੋੜ ਦੇਵਣਗੇ, ਤੇ ਫਿਰ ਪਿੱਛੋਂ ਸਾਰੀ ਫੌਜ ਹਮਲਾ ਕਰਕੇ ਆ ਜਾਵੇਗੀ। ਸਤਿਗੁਰੂ ਜੀ ਨੇ ਆਖਿਆ, ਕੋਈ ਗੱਲ ਨਹੀਂ, ਆਉਣ ਦੇਵੋ, 22 ਧਾਰ ਦੇ ਰਾਜਿਆਂ ਦਾ ਹਾਥੀ, ਸਾਡੇ ਕੋਲ ਵੀ ਇੱਕ ਹਾਥੀ ਹੈ, ਇਹ ਮੁਕਾਬਲਾ ਕਰੇਗਾ। ਕੌਣ ਹੈ ਜੀ? ਸਤਿਗੁਰੂ ਜੀ ਨੇ ਆਖਿਆ, ਦੁਨੀ ਚੰਦ ਹੈ। ਦੁਨੀ ਚੰਦ ਸੋਚਦਾ ਕਿ ਮੈਂ ਕਿਵੇਂ ਮੁਕਾਬਲਾ ਕਰ ਲਵਾਂਗਾ,
ਕਿਉਂਕਿ ਗੁਰੂ ਦੇ ਸ਼ਬਦਾਂ ਦੇ ਉੱਪਰ ਭਰੋਸਾ ਨਹੀਂ ਨਾ ਰਹਿ ਗਿਆ। ਤਾਂ ਉਸ ਵੇਲੇ ਮਨ ਦੇ ਵਿੱਚ ਮੈਂ ਆ ਗਈ ਕਿ ਮੈਂ ਕਿਵੇਂ ਮੁਕਾਬਲਾ ਕਰ ਸਕਦਾ ਹਾਂ। ਡਰ ਗਿਆ। ਹਰੇਕ ਦੇ ਨਾਲ ਸਲਾਹ ਕੀਤੀ ਕਿ ਭਾਈ ਇਸ ਪ੍ਰਕਾਰ ਹਾਥੀ ਦਾ ਮੁਕਾਬਲਾ ਨਹੀਂ ਹੋ ਸਕਦਾ, ਕਿਵੇਂ ਉਸ ਦਾ ਅਸੀਂ ਮੁਕਾਬਲਾ ਕਰ ਪਾਵਾਂਗੇ। ਗੁਰੂ ਜੀ ਨੂੰ ਆਖੋ ਕਿ ਕੋਈ ਹੋਰ ਤਰੀਕਾ ਵਰਤ ਲਿਆ ਜਾਵੇ, ਪਰ ਮੇਥੋਂ ਮੁਕਾਬਲਾ ਨਹੀਂ ਹੋਣਾ। ਤੇ ਡਰਦਾ ਹੋਇਆ ਭੱਜ ਗਿਆ ਸੀ। ਅਗਲੇ ਰੋਜ਼ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਦਾ ਨਾਮ ਲਿਆ ਕਿ ਅੱਜ ਬੱਬਰ ਸ਼ੇਰ ਫਿਰ ਬਚਿੱਤਰ ਸਿੰਘ ਜਿਹੜਾ ਨਾ ਇਹ ਮੁਕਾਬਲਾ ਕਰੇਗਾ ਉਸ ਹਾਥੀ ਦਾ। ਤੇ ਉਸ ਨੂੰ ਗੁਰੂ ਦੇ ਬਚਨਾਂ ਦੇ ਉੱਪਰ ਭਰੋਸਾ ਸੀ। ਛਾਲ ਮਾਰ ਕੇ ਉੱਠੇ, ਹੱਥ ਜੋੜ ਕੇ ਆਖਿਆ, ਸੱਚਿਆ ਪਾਤਸ਼ਾਹ, ਇਹ ਤੁਸੀਂ ਮੈਨੂੰ ਵਡਿਆਈ ਦੇ ਰਹੇ ਹੋ। ਤੁਸੀਂ ਚਾਹੋ ਨਾ ਤੇ ਕੀੜੀ ਦੇ ਕੋਲੋਂ ਵੀ ਇਸ ਹਾਥੀ ਦਾ ਮੁਕਾਬਲਾ ਕਰਵਾ ਸਕਦੇ ਹੋ। ਇਹ ਤਾਂ ਬਖਸ਼ਿਸ਼ਾਂ ਮੇਰੇ ਤੇ ਕਰਦੇ ਹੋ। ਸਤਿਗੁਰੂ ਜੀ ਸਮਝਾਉਂਦੇ ਹਨ ਪਾਵਨ ਬਾਣੀ ਦੇ ਵਿੱਚ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਕਿ ਨਿੱਕੀ ਕੀੜੀ ਮੈਂ ਕੱਲ ਰਾਖੈ, ਭਸਮ ਕਰੇ ਲਸ਼ਕਰ ਕੋਟ ਲੱਖ। ਨਿੱਕੀ ਜੀ ਕੀੜੀ ਦੇ ਜਦੋਂ ਕਿਤੇ ਕਲਾ ਵਰਤਾ ਦੇਵੇ ਨਾ ਮਾਲਕ, ਤੇ ਲੱਖਾਂ ਦੇ ਜਿਹੜੇ ਲਸ਼ਕਰ ਫੌਜਾਂ ਹਨ ਉਹਨਾਂ ਨੂੰ ਪਲ ਦੇ ਵਿੱਚ ਤਬਾਹ ਕਰਨ ਦੀ ਸਮਰੱਥਾ ਮਾਲਕ ਰੱਖਦੇ ਹਨ। ਤਾਂ ਇਹ ਵਡਿਆਈਆਂ ਮਾਲਕ ਦੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਿਹਰ ਕਰਨ ਤਾਂ ਰਹਿਮਤ ਕਰਨ, ਤੇ ਉਹਨਾਂ ਦੀ ਪ੍ਰੇਮਾ ਭਗਤੀ ਕਰਕੇ ਅੰਦਰ ਨਿਮਰਤਾ ਆਵੇ, ਅੰਦਰ ਸਾਦਗੀ ਆਵੇ, ਅੰਦਰ ਜੀਵਨ ਜਿਹੜਾ ਐਸਾ ਹੋਵੇ ਕਿ ਹਰ ਵੇਲੇ ਉਸ ਦੇ ਸਨਮੁਖ ਉਸ ਦੀ ਵਡਿਆਈ ਦੇ ਸਾਹਮਣੇ ਝੁਕਿਆ ਹੋਵੇ ਕਿ ਮਾਲਕ ਜੀ ਜਿਹੜੇ ਸਵਾਸ ਵੀ ਲਏ ਜਾ ਰਹੇ ਹਨ ਇਹ ਤੁਹਾਡੀ ਕਿਰਪਾ ਸਦਕਾ ਹੀ ਹਨ। ਕਿਉਂਕਿ ਸਾਡੇ ਅੰਦਰ ਤਾਂ ਇੰਨੀ ਤਾਕਤ ਨਹੀਂ ਕਿ ਇੱਕ ਸਵਾਸ ਵੀ ਅਸੀਂ ਵਧੇਰੇ ਲੈ ਸਕਦੇ ਹੋਈਏ, ਜਾਂ ਜਿਹੜਾ ਸਵਾਸ ਸਾਡੇ ਅੰਦਰ ਗਿਆ ਉਸ ਨੂੰ ਬਾਹਰ ਕੱਢ ਸਕਦੇ ਹੋਈਏ। ਕਿਸੇ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ, ਤੁਸੀਂ ਕੌਣ ਹੋ? ਤੇ ਸਤਿਗੁਰੂ ਜੀ ਨੇ ਆਖਿਆ ਸੀ, ਹਮ ਆਦਮੀ ਹਾਂ। ਤਾਂ ਪੁੱਛਣ ਵਾਲੇ ਨੇ ਫਿਰ ਸਵਾਲ ਕੀਤਾ ਕਿ ਸਾਰੇ ਹੀ ਆਦਮੀ ਹਨ, ਕੋਈ ਫਰਕ ਦੱਸੋ। ਗੁਰੂ ਜੀ ਨੇ ਆਖਿਆ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦਾ ਆਦਮੀ ਹਾਂ, ਦਮ ਆ ਗਿਆ ਤੇ ਆਦਮੀ, ਨਹੀਂ ਤੇ ਖਤਮ ਕਹਾਣੀ। ਇਸ ਤੋਂ ਵਧੇਰੇ ਜਿਹੜਾ ਕਾਰਜ ਹੈ ਨਾ ਉਸ ਬਾਰੇ ਮੈਨੂੰ ਨਹੀਂ ਪਤਾ ਹੈ। ਕਿੰਨੀ ਹੋਰ ਮੋਹਲਤ ਹੈ, ਕਿਸ ਪ੍ਰਕਾਰ ਦਾ ਜੀਵਨ ਹੈ, ਮਾਲਕ ਜਾਣਦਾ ਜੀ। ਬਾਬਾ ਨਾਨਕ ਜੀ ਇੰਨਾ ਕੁਝ ਸਾਨੂੰ ਸਮਝਾ ਰਹੇ, ਇੰਨੀ ਨਿਮਰਤਾ ਦੇ ਵਿੱਚ, ਤੇ ਅਸੀਂ ਸਾਡੇ ਪੱਲੇ ਤਾਂ ਕੁਝ ਵੀ ਨਹੀਂ, ਤੇ ਅਸੀਂ ਫਿਰ ਵੀ ਹੰਕਾਰ ਕਰ ਜਾਂਦੇ ਹਾਂ ਕਿ ਮੈਂ ਹਾਂ। ਸਤਿਗੁਰੂ ਜੀ ਆਖਦੇ, ਭਾਉ ਭਗਤ ਕਰ ਨੀਚ ਸਦਾਏ। ਪ੍ਰੇਮਾ ਭਗਤੀ ਕਰਦਿਆਂ ਹੋਇਆਂ ਫਿਰ ਵੀ ਅੰਦਰ ਨਿਮਰਤਾ ਆਵੇਗੀ ਨਾ, ਤਉ ਨਾਨਕ ਮੋਖ ਅੰਤਰ ਪਾਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਫਿਰ ਹੀ ਉਸ ਨੂੰ ਮੋਕਸ਼ ਦੀ, ਮੁਕਤੀ ਦੀ ਪ੍ਰਾਪਤੀ ਹੋਵੇਗੀ। ਦੂਸਰਾ ਸ਼ਲੋਕ ਅਤੇ ਪੌੜੀ ਦੇ ਵਿੱਚ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਵਨ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਜੀ। ਸਮੇਂ ਦੀ ਸੰਪੂਰਨਤਾ ਹੈ, ਅੱਜ ਪਹਿਲੇ ਸ਼ਲੋਕ ਦੀ ਸੰਪੂਰਨਤਾ ਹੋਈ ਹੈ। ਮਾਲਕ ਜੀ ਰਹਿਮਤ ਕਰਨ, ਆਪ ਸਭ ਸੰਗਤਾਂ ਦੀ ਅਸੀਸ ਦੇ ਨਾਲ ਪਾਵਨ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ਜੀ। ਸਮੇਂ ਦੀ ਵੀ ਸੰਪੂਰਨਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਪਾਵਨ ਸ਼ਬਦ ਦੁਆਰਾ ਕਿ ਜੀਵਨ ਸਾਡੇ ਵਾਤਾਵਰਨ ਦੇ ਅਨੁਸਾਰ ਹੈ। ਜਿਵੇਂ ਸਾਡਾ ਚਾਰ ਚਫੇਰਾ ਹੋਵੇਗਾ, ਜਿਵੇਂ ਦੇ ਸਾਡੇ ਸਾਥੀ ਹੋਵਣਗੇ, ਤੇ ਜਿਵੇਂ ਦੀ ਚਾਰ ਚਫੇਰਿਓਂ ਸਾਨੂੰ ਵਿਚਾਰਧਾਰਾ ਪ੍ਰਾਪਤ ਹੋਵੇਗੀ, ਸਾਡੇ ਜੀਵਨ ਦੇ ਮਨੋਰਥ, ਸਾਡੇ ਜੀਵਨ ਦੇ ਲਕਸ਼, ਸਾਡੇ ਜੀਵਨ ਦੇ ਨਿਸ਼ਾਨੇ ਬਦਲਦੇ ਹਨ। ਕਿਤੇ ਧਰਮ ਸਾਡੇ ਮਨ ਦਾ ਉਪਦੇਸ਼ ਹੁੰਦਾ, ਪ੍ਰਾਪਤੀ ਹੁੰਦੀ, ਕਿਤੇ ਜ਼ੋਰ ਹੁੰਦਾ, ਕਿਤੇ ਸੱਤ ਹੁੰਦਾ, ਤੇ ਕਿਤੇ ਨਿਰਾ ਝੂਠ ਹੀ ਸਾਡੇ ਜੀਵਨ ਦੇ ਵਿੱਚ ਵਸਿਆ ਹੁੰਦਾ। ਸੋ ਚੰਗਿਆਂ ਦਾ ਸੰਗ ਕੀਤਾ ਜਾਵੇ, ਚੰਗੀਆਂ ਵਿਚਾਰਾਂ ਪ੍ਰਾਪਤ ਕੀਤੀਆਂ ਜਾਵਣ, ਤਾਂ ਕਿ ਜੀਵਨ ਦਾ ਮਨੋਰਥ ਸੁਚੱਜਾ ਹੋ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਦਰੋਂ ਘਰੋਂ ਸਿੱਖੀ ਨਾਮਦਾਨ ਭਰੋਸਾ ਦਾਨ ਬਖਸ਼ਿਸ਼ ਕਰਨ ਜੀ। ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ, ਆਪਸੀ ਪਰਸਪਰ ਪਿਆਰ, ਇਤਫਾਕ, ਸਲੂਕ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰਨ ਦੀ, ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ,
ਆਪਣੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੁ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।